श्री नानक अंगद गुरु अमरदास पद बंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें है अमृत ज्ञान है मानक भगत श्री गुरु ग्रंथ साहिब उदद बंदों कर श्री गुरु शब्द कमाए जिना जीते पंच विकार तीन संतन को बंदना श्री चरणन एक अंकारा सतगुरु ते प्रसाद वाहे गुरु जी की फतेह विघ्न विनाशन एक अंकारा सतगुरु ते प्रसाद वाहे गुरु जी की फतेह विघ्न विनाशन सोए। श्री वाहिगुरु जी दोहरा तब सतगुर बिपरन कहियो जो कह गैल छुड़ाए हम होवेंगे गैल उस गुर को तुर्क बनाए तब सतगुर बिपरन कहियो। वाहेगुरु जी का खालसा वाहेगुरु जी की फतेह। धन धन सतगुरु श्री गुरु ग्रंथ साहिब महाराज जी परम पवित्र सत संगत हजूरी दे अंदर नामे पातशाह धर्म रखियक शहीद सतगुरु साहिब गुरु तेग बहादुर साहिब महाराज दे महान पावन पवित्र भजन बंदगी तप अस्थान गुरुद्वारा श्री भोरा साहिब जी पातशाही नौवीं विखे दिन दे चौथे पैर दे समय दे सजे हुए दीवाना दे विच महाराज साहिब दे खालसे पंथ दी चल रही कथा श्रवण करन दे लई इकत्र हुए जुड़ मिल बैठे गुरु प्यारे खालसा साध संगत जी वड्डे भाग हन जो महाराज दे दरबारां दे दर्शन दीदारे महाराज दे अस्थानां दी यात्रा सेवा हाजरी सानू प्राप्त हो रही है। श्री गुरु पंथ प्रकाश दी पवित्र कथा जिहदे विच आपां धन धन गुरु तेग बहादुर साहिब महाराज का प्रसंग श्रवण कर रहे हैं। कैप्टन मरे ने भाई रतन सिंह भंगू नूं पुछया भी गुरु खालसे पंथ की जिहड़ी उत्पत्ति हुई आ वो किवें हुई आ, ये भी दसो भी गुरु साहिब का ते दिल्ली वालियां दा आपस विच वैर विरोध क्यों पिया। तो सारी गल भाई रतन सिंह जी दस रहे ने भी इदा हिंदुओं का धर्म औरंगजेब खत्म कर रहा सी ते सतगुरु तेग बहादुर साहिब महाराज की शरण फड़ी आके कश्मीर के ब्राह्मणों की अगवाई दे विच हिंदुस्तान के 500 पंडित महाराज दे कोल आए ने भी हे सच्चे पातशाह आप कृपा करो साडी रखिया करो साडे धर्म का बेड़ा डुब रहा है। गुरु तेग बहादुर साहिब जी कहन लगे धर्म लगेगा सिर लगेगा फिर रखिया हो सकती है। कहते महाराज जिवें किवें भी सानू बचाओ क्योंकि हुण तां इदां भी जिवें प्यासे मर रहे हैं ਜਦੋਂ ਮਰ ਕੇ ਬਾਅਦ ਵਿੱਚ ਪਾਣੀ 'ਚ ਨਹਾਈ ਜਾਇਓ ਫਿਰ ਸਾਨੂੰ ਕੀ ਫਾਇਦਾ ਹੋਊਗਾ।
ਹੁਣ ਤਾਂ ਭੁੱਖੇ ਮਰ ਰਹੇ ਆ, ਬਾਅਦ ਦੇ ਵਿੱਚ ਮਹਾਰਾਜ ਖਾਣ ਦੇ ਲਈ ਪਦਾਰਥ ਖੀਰ ਮਿਲ ਗਈ ਫੇਰ ਕੀ ਫਾਇਦਾ ਹੋਊਗਾ। ਹੁਣ ਡੁੱਬ ਰਹੇ ਆ, ਮਰੇ ਨੂੰ ਬੇੜੀ ਮਿਲ ਗਈ ਤੇ ਫੇਰ ਕੀ ਲਾਭ ਹੋਏਗਾ। ਇਦਾਂ ਇਹਨਾਂ ਨੇ ਕਿਹਾ ਵੀ ਹੁਣ ਸਾਡੇ ਇਸੇ ਸਾਲ ਦੇ ਵਿੱਚ ਔਰੰਗਜ਼ੇਬ ਨੇ ਧਰਮ ਖਤਮ ਕਰ ਦੇਣਾ ਹੈ, ਜੇ ਤੁਸੀਂ ਮਹਾਰਾਜ ਰੱਖਿਆ ਨਾ ਕੀਤੀ। ਬਾਅਦ ਦੇ ਵਿੱਚ ਸਾਡੇ ਸਹਾਈ ਹੋਏ, ਜਦੋਂ ਅਸੀਂ ਧਰਮ ਹੀ ਹਾਰ ਗਏ, ਸਾਡਾ ਧਰਮ ਹੀ ਖਤਮ ਹੋ ਗਿਆ, ਫਿਰ ਮਹਾਰਾਜ ਸਾਹਿਬ ਜੀ ਸਾਡੀ ਰੱਖਿਆ ਦਾ ਕੀ ਫਾਇਦਾ ਹੈ। ਇਹ ਮਹਾਰਾਜ ਨੂੰ ਇਹਨਾਂ ਨੇ ਬੇਨਤੀਆਂ ਕੀਤੀਆਂ ਹਨ। ਜਿਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹਨਾਂ ਦੀ ਜ਼ਿੰਮੇਵਾਰੀ ਚੁੱਕ ਕੇ ਤੇ ਸਾਰੀ ਇਹਨਾਂ ਦੀ ਮੁਸੀਬਤ ਆਪਣੇ ਸਿਰ ਪਾ ਲੈਂਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। ਇਹ ਮਹਾਰਾਜ ਦੀ ਸ਼ਹੀਦੀ ਦਾ ਪ੍ਰਸੰਗ ਜਿਵੇਂ ਅੰਗਰੇਜ਼ ਅਫਸਰ ਨੂੰ ਭਾਈ ਰਤਨ ਸਿੰਘ ਜੀ ਸੁਣਾ ਰਹੇ ਨੇ। ਮਹਾਰਾਜ ਦਾ ਇਹ ਪਾਵਨ ਇਤਿਹਾਸ ਸਰਵਣ ਕਰਨ ਦੇ ਲਈ ਇਕਾਗਰਤਾ ਬਖਸ਼ੋ, ਰਸਨਾ ਕਰੋ ਪਵਿੱਤਰ, ਆਪਣੀ ਕਲਿਆਣ ਵਾਸਤੇ ਸਰਬੱਤ ਦਾ ਭਲਾ ਮੰਗਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਤਬ ਸਤਿਗੁਰ ਵਿਪਰਣ ਕਹਿਓ, ਜਉ ਕਹਿ ਗੈਲ ਛੁਡਾਏ। ਜਦੋਂ ਬ੍ਰਾਹਮਣਾਂ ਨੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਅੱਗੇ ਰੋ ਰੋ ਕੇ ਫਰਿਆਦਾਂ ਕੀਤੀਆਂ, ਕਿਰਪਾ ਰਾਮ ਪੰਡਤ ਦੀ ਅਗਵਾਈ ਦੇ ਵਿੱਚ ਬੇਨਤੀਆਂ ਕਰਦੇ ਨੇ, ਮਹਾਰਾਜ ਔਰੰਗਜ਼ੇਬ ਮੁਸਲਮਾਨ ਬਣਾਈ ਜਾ ਰਿਹਾ ਹੈ। ਜਿਹੜੇ ਗਰੀਬ ਹਿੰਦੂ ਸੀ ਉਹਨਾਂ ਨੇ ਸਾਡੇ ਸਿਰ ਮੁਸੀਬਤ ਪਾਤੀ। ਉਹ ਕਹਿੰਦੇ ਵੀ ਸਾਡੇ ਗੁਰੂ ਬ੍ਰਾਹਮਣ ਨੇ, ਪਹਿਲਾਂ ਇਹਨਾਂ ਨੂੰ ਫੜੋ। ਹੁਣ ਮਹਾਰਾਜ ਜੀ ਸਾਡੇ ਵੱਲ ਹੋਇਆ ਹੈ ਔਰੰਗਜ਼ੇਬ, ਦੇਵੀ ਦੇਵਤੇ ਮਨਾਏ ਹੈ, ਕਿਤੇ ਉਹ ਕੋਈ ਸਾਡਾ ਚਾਰਾ ਨਹੀਂ ਚੱਲਿਆ, ਕਿਸੇ ਨੇ ਬਾਂਹ ਨਹੀਂ ਫੜੀ। ਤੁਹਾਡੀ ਸ਼ਰਨ ਆਏ ਆ, ਤੁਸੀਂ ਸਾਡੀ ਰੱਖਿਆ ਕਰੋ। ਜਦੋਂ ਮਹਾਰਾਜ ਨੇ ਵੇਖਿਆ ਵੀ ਇਹ ਬੜੇ ਦੁਖੀ ਨੇ ਤੇ ਬੜੇ ਕਾਲੇ ਪਏ ਹਨ ਵੀ ਸਾਡਾ ਧਰਮ ਖਤਮ ਹੋ ਜਾਣਾ ਹਿੰਦੁਸਤਾਨ ਚੋਂ, ਤਾਂ ਮਹਾਰਾਜ ਕਹਿੰਦੇ ਠੀਕ ਹੈ ਭਾਈ, ਜੇ ਤੁਹਾਡੇ ਗਲੇ ਬਲਾ ਆ ਕੇ ਪੈ ਗਈ ਆ ਨਾ, ਤੁਸੀਂ ਆਪਣੇ ਗਲੋਂ ਬਲਾ ਲਾ ਕੇ ਮੁਸੀਬਤ ਲਾ ਕੇ ਸਾਡੇ ਸਿਰ ਪਾ ਦਿਓ। ਗੈਲ ਉਸ ਗੁਰ ਕੋ ਤੁਰਕ ਬਣਾਏ। ਤੁਸੀਂ ਸਾਡੇ ਵੱਲੋਂ ਜਾ ਕੇ ਤੇ ਔਰੰਗਜ਼ੇਬ ਨੂੰ ਇਹ ਕਹਿ ਦਿਓ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਸਾਰੇ ਹਿੰਦੂਆਂ ਦੇ ਵੀ ਗੁਰੂ ਹਨ, ਤੇ ਜੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਬਣਾ ਲਓ ਤੇ ਅਸੀਂ ਸਾਰੇ ਹਿੰਦੁਸਤਾਨ ਦੇ ਬ੍ਰਾਹਮਣ ਤੇ ਬਾਕੀ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਏਦਾਂ ਜਾ ਕੇ ਔਰੰਗਜ਼ੇਬ ਨੂੰ ਕਹਿ ਕੇ ਤੇ ਜਿਹੜੀ ਵਿਪਤਾ ਤੁਸੀਂ ਕਹਿੰਦੇ ਆ ਨਾ ਸਾਡੇ ਸਿਰ ਪਈ ਆ, ਜਿਹੜੀ ਮੁਸੀਬਤ ਤੁਹਾਡੇ ਸਿਰ ਤੇ ਪਈ ਆ ਉਹ ਤੁਸੀਂ ਸਾਡੇ ਸਿਰ ਤੇ ਪਾ ਦਿਓ। ਜਾਓ ਭਈ ਤਬ ਵਿਕਰਣ ਜਾਏ ਵੈਸੇ ਕਈ। ਮਹਾਰਾਜ ਦਾ ਬਚਨ ਸੁਣ ਕੇ ਜਿਹੜੇ ਬ੍ਰਾਹਮਣ ਸਨ ਇਹਨਾਂ ਨੂੰ ਤੇ ਹੋਇਆ ਵੀ ਚਲੋ ਸਾਡੇ ਕੋਲੋਂ ਬਲਾ ਟਲੀ, ਤੇ ਜਾ ਕੇ ਔਰੰਗਜ਼ੇਬ ਦੇ ਕੋਲ ਹਾਜ਼ਰ ਹੋਏ, ਸਮਾਂ ਲਿਆ, ਦਿੱਲੀ ਦੇ ਵਿੱਚ ਮਿਲ ਕੇ ਤੇ ਉਸੇ ਤਰ੍ਹਾਂ ਕਹਿ ਦਿੱਤਾ ਜਿਵੇਂ ਸਤਿਗੁਰ ਦੀ ਹੁਣ ਸਮਝਈ। ਜਿਵੇਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੇ ਇਹਨਾਂ ਨੂੰ ਸਮਝਾਇਆ ਸੀ ਵੀ ਤੁਸੀਂ ਸਾਡੇ ਦੇ ਗੱਲ ਪਾ ਦਿਓ, ਬਾਦਸ਼ਾਹ ਨੂੰ ਕਹੋ ਵੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਮੁਸਲਮਾਨ ਬਣਾ ਲਓ, ਫਿਰ ਅਸੀਂ ਵੀ ਬਣ ਜਾਵਾਂਗੇ। ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਨਾ ਤਬਦੀਲ ਕਰ ਸਕੇ ਫਿਰ ਸਾਡੀ ਜਾਨ ਬਖਸ਼ੀ ਕੀਤੀ ਜਾਵੇ, ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ। ਉਹਨਾਂ ਨੇ ਉਸੇ ਤਰ੍ਹਾਂ ਜਾ ਕੇ ਪ੍ਰਥਮ ਕਰੋ ਗੁਰ ਮੁਸਲਮਾਨ, ਜਿਵੇਂ ਮਹਾਰਾਜ ਨੇ ਕਿਹਾ ਵੀ ਤੁਸੀਂ ਕਹੋ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾਓ, ਸਗਲ ਜਹਾਨ। ਤੇ ਜੇ ਮਹਾਰਾਜ ਮੁਸਲਮਾਨ ਬਣ ਗਏ ਫਿਰ ਅਸੀਂ ਵੀ ਬਣ ਜਾਾਂਗੇ, ਬਾਕੀ ਸਾਰੇ ਹਿੰਦੁਸਤਾਨ ਦੇ ਲੋਕ ਮੁਸਲਮਾਨ ਬਣ ਜਾਣਗੇ। ਚੁਗਲੀ ਕਰੇ। ਆਓ ਬ੍ਰਾਹਮਣਾਂ ਨੇ ਮਹਾਰਾਜ ਕੋ ਉਦਾਂ ਸੁਣ ਕੇ ਤੇ ਜਾ ਕੇ ਚੁਗਲੀ ਕਰਤੀ। ਚੁਗਲੀ ਦਾ ਭਾਵ ਹੁੰਦਾ ਵੀ ਜਿਵੇਂ ਮਹਾਰਾਜ ਨੇ ਕਿਹਾ ਉਸੇ ਤਰ੍ਹਾਂ ਜਾ ਕੇ ਤੇ ਔਰੰਗਜ਼ੇਬ ਨੂੰ ਗੱਲ ਕਹਿ ਦਿੱਤੀ। ਤੇ ਔਰੰਗਜ਼ੇਬ ਤੇ ਹੋਰ ਜਿਹੜੇ ਕੋਈ ਉੱਥੇ ਅਫਸਰ ਕੋਈ ਤੁਰਕ ਸਨ ਉਹਨਾਂ ਨੇ ਵੀ ਚੰਗੀ ਜਾਣ ਕੇ ਗੱਲ ਮੰਨ ਲਈ। ਜਦੋਂ ਇਹਨਾਂ ਨੇ ਬ੍ਰਾਹਮਣਾਂ ਨੇ ਕਿਹਾ ਨਾ
ਵੀ ਜਿਵੇਂ ਬਾਕੀ ਗਰੀਬ ਹਿੰਦੂਆਂ ਦੇ ਗੁਰੂ ਅਸੀਂ ਬ੍ਰਾਹਮਣ ਆ, ਤੇ ਸਾਡੇ ਬ੍ਰਾਹਮਣਾਂ ਦੇ ਸਾਰੇ ਹਿੰਦੂਆਂ ਦੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ, ਤੇ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ, ਅਸੀਂ ਬਿਨਾਂ ਤੁਹਾਡਾ ਜ਼ੋਰ ਪਾਇਆ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਇਹ ਜਿੰਨਾ ਚਿਰ ਮਹਾਰਾਜ ਨੂੰ ਤੁਸੀਂ ਕੁਝ ਨਾ ਕਰ ਸਕੋ ਉਹਨਾਂ ਚਿਰ ਸਾਡੀ ਜਾਨ ਬਖਸ਼ੀ ਕੀਤੀ ਜਾਵੇ। ਤੇ ਜੇ ਨਾਵੇਂ ਪਾਤਸ਼ਾਹ ਦੀਨੇ ਇਲਾਹੀ ਦੇ ਇਸਲਾਮ ਧਰਮ ਦੇ ਵਿੱਚ ਨਾ ਆਏ ਤਾਂ ਫਿਰ ਸਾਨੂੰ ਵੀ ਪਰੇਸ਼ਾਨ ਨਾ ਕੀਤਾ ਜਾਵੇ। ਇਹ ਗੱਲ ਜਿਹੜੀ ਸੀ ਤੁਰਕਾਂ ਨੇ ਚੰਗੀ ਮੰਨ ਲਈ। ਗੁਰ ਕੀ ਗੈਰ ਨਰੰਗੇ ਫਰੇ। ਔਰੰਗਜ਼ੇਬ ਨੇ ਦੇ ਸਲਾਹ ਕੀਤੀ, ਕਹਿੰਦੇ ਵੀ ਆਹ ਤੇ ਚੰਗਾ ਏ ਵੀ ਕੱਲੇ ਕੱਲੇ ਬ੍ਰਾਹਮਣ ਨੂੰ ਫੜਾਂਗੇ, ਕਈ ਲੱਖ ਬਾਹਮਣ ਹੈ, ਅੱਗੇ ਹੋਰ ਕਈ ਹੋਰ ਹਿੰਦੂ ਹੈ, ਕੱਲੇ ਕੱਲੇ ਦੇ ਨਾਲ ਕਹਿੰਦੇ ਵੀ ਮੱਥਾ ਮਾਰਨ ਦੇ ਨਾਲੋਂ ਚੰਗਾ ਏ ਇੱਕ ਗੁਰੂ ਤੇਗ ਬਹਾਦਰ ਸਾਹਿਬ ਤੇ ਆਪਣਾ ਜ਼ੋਰ ਪਾ ਲਈਏ। ਤੇ ਇੱਕ ਨੂੰ ਮੁਸਲਮਾਨ ਬਣਾਉਣਾ ਸੌਖਾ ਹੈ ਨਾ, ਤੇ ਜੇ ਇੱਕ ਦੇ ਬਣਿਆ ਸਾਰੇ ਹੀ ਮੁਸਲਮਾਨ ਬਣਦੇ ਆ ਫਿਰ ਆਪਣਾ ਕੰਮ ਸਬੱਲਾ ਤੇ ਸੌਖਾ ਹੋ ਜਾਏਗਾ। ਏਦਾਂ ਵਿਚਾਰ ਕਰਕੇ ਸਾਧ ਸੰਗਤ ਇਹ ਬ੍ਰਾਹਮਣਾਂ ਨੂੰ ਤਾਂ ਕਿਹਾ ਵੀ ਤੁਸੀਂ ਜਾਓ ਹੁਣ। ਤੇ ਔਰੰਗਜ਼ੇਬ ਜਿਹੜਾ ਸੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਵੈਰ ਪੈ ਗਿਆ। ਇਹ ਫਿਰ ਕੈਪਟਨ ਮਰੇ ਨੂੰ ਭਾਈ ਰਤਨ ਸਿੰਘ ਜੀ ਕਹਿਣ ਲੱਗੇ, ਤੂੰ ਪੁੱਛਦਾ ਹੈ ਨਾ ਵੀ ਗੁਰੂ ਘਰ ਦੇ ਨਾਲ ਵੈਰ ਕਿਉਂ ਪਿਆ? ਕਹਿੰਦੇ ਆਹ ਗੱਲ ਬਣੀ ਵੀ ਪਹਿਲਾਂ ਵੀ ਭਾਵੇਂ ਕਦੀ ਪ੍ਰੇਮ ਬਣ ਗਿਆ ਕਦੀ ਵਿਰੋਧ ਹੋ ਗਿਆ, ਇਹ ਗੱਲ ਤਾਂ ਪਹਿਲਾਂ ਵੀ ਚੱਲਦੀ ਰਹੀ, ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂਆਂ ਦੀ ਜ਼ਿੰਮੇਵਾਰੀ ਚੁੱਕ ਲਈ ਨਾ ਸਾਰੀ, ਤੇ ਔਰੰਗਜ਼ੇਬ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਮਗਰ ਪੈ ਗਿਆ। ਏਦਾਂ ਫਿਰ ਗੁਰੂ ਘਰ ਦਾ ਤੇ ਔਰੰਗਜ਼ੇਬ ਬਾਦਸ਼ਾਹ ਦਾ ਆਪਸ ਦੇ ਵਿੱਚ ਬਹੁਤਾ ਹੀ ਵੈਰ ਵਿਰੋਧ ਵੱਧ ਗਿਆ। ਭੀੜ ਹਲਕਾਰੇ ਤਲਾਸ਼ ਕਰੀ। ਗੁਰੂ ਤੇਗ ਬਹਾਦਰ ਮਹਾਰਾਜ ਦੀ ਤਲਾਸ਼ ਕੀਤੀ, ਉਸੇ ਵੇਲੇ ਹੁਕਮ ਹੋਇਆ ਜਾਰੀ ਵੀ ਲੱਭੋ ਵੀ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਹੈ। ਪਤਾ ਲੱਗਾ ਵੀ ਉਹ ਅਨੰਦਪੁਰ ਸਾਹਿਬ ਰਹਿੰਦੇ ਨੇ। ਉਸੇ ਵੇਲੇ ਆਪਣੇ ਹਲਕਾਰੇ ਭੇਜੇ ਮਹਾਰਾਜ ਨੂੰ ਸੱਦਣ ਦੇ ਵਾਸਤੇ। ਸਭ ਗੁਰ ਨੇ ਕਰੀ ਤਿਆਰੀ। ਇਧਰ ਔਰੰਗਜ਼ੇਬ ਨੇ ਹਲਕਾਰੇ ਭੇਜੇ, ਮਹਾਰਾਜ ਸਾਹਿਬ ਨੇ ਕਹਿ ਕੇ ਮੋੜਤਾ ਸੀ ਵੀ ਅਸੀਂ ਆਪੇ ਹੀ ਆਵਾਂਗੇ, ਵੀ ਅਸੀਂ ਕੋਈ ਦੇਣਦਾਰ ਥੋੜਾ ਹੈ, ਬਾਦਸ਼ਾਹ ਨੂੰ ਕੋ ਆਪ ਪਹੁੰਚਾਂਗੇ ਅਸੀਂ ਤੇਰੇ ਕੋਲ। ਕੁਝ ਕੁ ਸਮਾਂ ਲੰਘ ਗਿਆ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰਦਿਆਂ ਹੋਇਆਂ ਬੜੇ ਆਨੰਦ ਦੇ ਨਾਲ ਸਹਿਜ ਦੇ ਨਾਲ ਜਾ ਰਹੇ ਸੀ ਦਿੱਲੀ ਨੂੰ, ਜਿਸ ਕਰਕੇ ਆਨੰਦਪੁਰ ਸਾਹਿਬ ਫੇਰ ਸੁਨੇਹਾ ਆਇਆ। ਉਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਨਹੀਂ ਸਨ। ਫਿਰ ਲੱਭਣਾ ਲਭਾਉਣਾ ਸ਼ੁਰੂ ਕਰਤਾ, ਸੂਬਿਆਂ ਨੂੰ ਹੁਕਮ ਚਲੇ ਗਏ, ਫੌਜ ਪੁਲਿਸ ਗਸ਼ਤ ਕਰਦੀ ਫਿਰਦੀ, ਮਹਾਰਾਜ ਨਾਵੇਂ ਪਾਤਸ਼ਾਹ ਨੂੰ ਲੱਭਦੀ ਫਿਰਦੀ ਹੈ ਵੀ 6 ਮਹੀਨੇ ਹੋ ਗਏ ਨੇ। ਕਿਉਂਕਿ ਔਰੰਗਜ਼ੇਬ ਇਸ ਕਰਕੇ ਕਾਹਲਾ ਪੈ ਰਿਹਾ ਸੀ ਵੀ ਉਧਰ ਮੈਂ ਬ੍ਰਾਹਮਣਾਂ ਦੇ ਨਾਲ ਵੀ ਕਰਾਰ ਕਰ ਬੈਠਾ ਵੀ ਤੁਹਾਨੂੰ ਮੈਂ ਪਰੇਸ਼ਾਨ ਨਹੀਂ ਕਰਾਂਗਾ, ਗੁਰੂ ਤੇਗ ਬਹਾਦਰ ਸਾਹਿਬ ਵਾਲੇ ਪਾਸੇ ਮੈਂ ਪਹਿਲਾਂ ਹੋਵਾਂਗਾ। ਹੁਣ ਮਹਾਰਾਜ ਦਾ ਪਤਾ ਨਹੀਂ ਲੱਗ ਰਿਹਾ ਕਿੱਥੇ ਹੈ, ਜਿਸ ਕਰਕੇ ਪੁਲਿਸ ਦੀਆਂ ਜਿਹੜੀਆਂ ਗਸ਼ਤਾਂ ਵੱਧ ਗਈਆਂ। ਇੱਦਾਂ ਭਾਈ ਸੰਤੋਖ ਸਿੰਘ ਜੀ ਨੇ ਬੜਾ ਖੋਲ ਕੇ ਉਹ ਪ੍ਰਸੰਗ ਲਿਖਿਆ ਏ, ਤੇ ਭਾਈ ਰਤਨ ਸਿੰਘ ਜੀ ਸੰਖੇਪ ਵਿੱਚ ਲਿਖਦੇ ਨੇ ਵੀ ਹਲਕਾਰੇ ਆਏ ਮਹਾਰਾਜ ਸਾਹਿਬ ਜੀ ਪਹਿਲਾਂ ਹੀ ਤਿਆਰੀ ਕਰੇ ਬੈਠੇ ਸਨ ਵੀ ਪਤਾ ਸੀ ਵੀ ਸ਼ਹੀਦੀ ਦੇਣੀ ਪਵੇਗੀ, ਹੁਣ ਸਿਰ ਲੱਗੇਗਾ ਸਾਡਾ। ਜੈਸੇ ਵਿਪਰਨ ਹੋਤੀ ਉਚਾਰੀ। ਜਿਵੇਂ ਬ੍ਰਾਹਮਣਾਂ ਦੇ ਨਾਲ ਮਹਾਰਾਜ ਨੇ ਭਜਨ ਕੀਤਾ ਸੀ, ਸਤਿਗੁਰੂ ਆਪਣੇ ਭਜਨ ਤੇ ਪੱਕੇ ਰਹੇ, ਕਿਉਂਕਿ ਮਹਾਰਾਜ ਸਾਹਿਬ ਦਾ ਭਜਨ ਹੋਇਆ ਸੀ ਨਾ ਵੀ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਆ, ਮਨ ਲੋਚੇ ਬੁਰਿਆਈਆਂ, ਗੁਰ ਬਚਨੀ ਉਹ ਮਨ ਹੋੜੀਆ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਮਹਾਰਾਜ ਨਾਵੇਂ ਪਾਤਸ਼ਾਹ ਨੇ ਐਸਾ ਪ੍ਰਾਣ ਨਿਭਾਇਆ ਵੀ ਜਿਨ੍ਹਾਂ ਦੀ ਬਾਹ ਫੜ ਲਈ ਹੈ ਨਾ ਇੱਕ ਰਾਂ, ਹੁਣ ਸਿਰ ਭਾਵੇਂ ਜਾਂਦਾ ਰਹੇ ਪਰ ਬਾਹ ਨਹੀਂ ਛੱਡਣੀ। ਇਹਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਿਆਰੀ ਕਰ ਲਈ। ਜਿਹੜਾ ਬ੍ਰਾਹਮਣਾਂ ਨਾਲ ਬਚਨ ਕੀਤਾ ਸੀ ਵੀ ਸਾਡੇ ਸਿਰ ਮੁਸੀਬਤ ਪਾ ਦਿਓ, ਉਹ ਬ੍ਰਾਹਮਣਾਂ ਦੀ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਮਹਾਰਾਜ ਜੀ ਚੱਲ ਪਏ। ਆਪ ਚੱਲ ਗੁਰ ਦਿੱਲੀ ਆਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਆਨੰਦਪੁਰ ਸਾਹਿਬ ਤੋਂ ਚੱਲ ਕੇ ਭਰਤਗੜ੍ਹ ਆਏ। ਹੋਰ ਨਗਰਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਜਿੱਥੇ ਬਹਾਦਰਗੜ੍ਹ ਹੈ, 4 ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰਗੜ੍ਹ ਵਾਲੇ ਸਥਾਨ ਤੇ ਰਹੇ।
ਫਿਰ ਇੱਥੋਂ ਚੱਲਦਿਆਂ ਹੋਇਆਂ ਹੋਰ ਇਲਾਕਿਆਂ ਨੂੰ ਉਧਾਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਗਰੇ ਆਏ ਤੇ ਆਗਰੇ ਤੋਂ ਗ੍ਰਿਫਤਾਰੀ ਦੇ ਕੇ ਮਹਾਰਾਜ ਸਾਹਿਬ ਜੀ ਦਿੱਲੀ ਪਹੁੰਚੇ। ਤੁਰਕਨ ਘਰ ਜਾ ਆਪ ਬੰਧਾਏ। ਕਹਿੰਦੇ ਮਹਾਰਾਜ ਸਾਹਿਬ ਜੀ ਤੁਰਕਾਂ ਦੇ ਘਰ ਦੇ ਵਿੱਚ ਜਾ ਕੇ ਆਪ ਆਪਣੀ ਗ੍ਰਿਫਤਾਰੀ ਦਿੱਤੀ। ਨਹੀਂ ਤੇ ਮਹਾਰਾਜ ਨੂੰ ਲੱਭਣ ਵਾਲਾ ਜਾਂ ਗ੍ਰਿਫਤਾਰ ਕਰਨ ਵਾਲਾ ਕੌਣ ਸੀ? ਦੋਹਰਾ ਦਿੱਲੀ ਦਵਾਰ ਖੜਗੁਰੂ ਦਸਾਲੋ ਦਿਓ ਕਲਾਏ। ਇੱਥੇ ਭਾਈ ਜੀ ਸੰਖੇਪ ਨਾਲ ਲਿਖਦੇ ਨੇ ਵੀ ਦਿੱਲੀ ਦਾ ਦੁਆਰਾ ਜਿਹੜਾ ਨਾ ਦਰਵਾਜ਼ਾ, ਆਗਰੇ ਨੂੰ ਦਿੱਲੀ ਦਾ ਦਰਵਾਜ਼ਾ ਕਿਹਾ ਜਾਂਦਾ ਸੀ। ਜਦੋਂ ਵੀ ਇੱਧਰੋਂ ਮਰੱਟੇ ਚੜ੍ਹ ਕੇ ਆਉਂਦੇ ਪਹਿਲਾਂ ਆਗਰੇ ਥਾਣੀ ਆਉਂਦੇ ਸਨ। ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਆਗਰੇ ਪਹੁੰਚੇ, ਇਹ ਦਿੱਲੀ ਨੂੰ ਛੱਡ ਕੇ ਆਗਰੇ ਜਾਣ ਦਾ ਕਾਰਨ ਸੀ, ਇੱਕ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਦੀ ਮਾਈ ਸੀ ਆਗਰੇ ਰਹਿੰਦੀ। 6ਵੇਂ ਪਾਤਸ਼ਾਹ ਦੇ ਵੇਲੇ ਬੀਬੀ ਜਵਾਨ ਬੱਚੀ ਸੀ ਤੇ ਇਹਦਾ ਸਹੁਰਾ ਪਰਿਵਾਰ ਜਿਹੜਾ ਸੀ ਅਨਮਤੀਆ ਸੀ। ਇਹ ਬੇਨਤੀਆਂ ਕਰਦੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਦੇ ਘਰ ਦੇ ਬੂਹੇ ਅੱਗੇ ਜਾ ਘੋੜਾ ਖਿਲਾਰ ਕੇ ਇਹਨੂੰ ਦਰਸ਼ਨ ਦਿੱਤੇ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਗਰੇ ਨੂੰ ਆਏ ਨੇ, ਉਹ ਤੋਂ ਪਹਿਲਾਂ ਇਹ ਮਾਈ ਜਿਹੜੀ ਬਿਰਧ ਹੋ ਗਈ ਸੀ ਸਰੀਰ ਕਰਕੇ, ਤੇ ਨੇਤੀ ਬੇਨਤੀਆਂ ਕਰਦੀ ਹੁੰਦੀ ਸੀ ਵੀ ਮਹਾਰਾਜ ਮੈਂ ਤੁਹਾਡੇ ਵਾਸਤੇ ਚੋਲੇ ਦਾ ਬਸਤਰ ਬਣਾਇਆ ਹੈ, ਥਾਨ ਬਣਾਇਆ ਤੇ ਮੇਰੀ ਭੇਟਾ ਪ੍ਰਵਾਨ ਕਰੋ। ਤੇ ਬਿਰਧ ਆ ਤੇ ਮੈਂ ਆ ਨਹੀਂ ਸਕਦੀ ਤੁਹਾਡੇ ਤਾਈਂ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਬਿਰਧ ਮਾਈ ਦੀ ਭਾਵਨਾ ਪੂਰੀ ਕਰਨ ਦੇ ਵਾਸਤੇ ਉੱਥੇ ਜਾ ਕੇ ਦਰਸ਼ਨ ਦਿੱਤੇ। ਮਾਈ ਦੇ ਕੋਲੋਂ ਕੱਪੜੇ ਦਾ ਥਾਨ ਲਿਆ, ਗੁਰਦੁਆਰਾ ਹੀ ਮਾਈ ਥਾਨ ਬਣਿਆ ਹੋਇਆ ਹੈ ਆਗਰੇ 'ਚ। ਫਿਰ ਇੱਥੋਂ ਮਹਾਰਾਜ ਸਾਹਿਬ ਜੀ ਤੇ ਗੁਰੂ ਕਾ ਤਾਲ ਗੁਰਦੁਆਰਾ ਸਾਹਿਬ ਬਣਿਆ ਨਵੇਂ ਪਾਤਸ਼ਾਹ ਦਾ। ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇੱਥੇ ਚਰਨ ਪਾਏ। ਇੱਥੇ ਇੱਕ ਤਾਲ ਸੀ ਤੇ ਥੜਾ ਬਣਿਆ, ਬਾਗ ਜਿਹਾ ਆਲੇ ਦੁਆਲੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਥੜੇ ਤੇ ਬਹਿ ਗਏ। ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ ਇਆਲੀ ਉਹਨੂੰ ਆਵਾਜ਼ ਮਾਰੀ ਮਹਾਰਾਜ ਨੇ, ਕਹਿਣ ਲੱਗੇ ਵੀ ਜਾ ਵੀ ਸਾਨੂੰ ਮਠਿਆਈ ਲਿਆ ਕੇ ਦੇ ਸ਼ਹਿਰ ਦੇ ਵਿੱਚੋਂ। ਤੇ ਕਹਿਣ ਲੱਗਾ ਮਹਾਰਾਜ ਮੇਰੀਆਂ ਬੱਕਰੀਆਂ ਭੇਡਾਂ ਕੌਣ ਸਾਂਭੂ? ਸਾਹਿਬ ਕਹਿੰਦੇ ਵੀ ਤੇਰੀਆਂ ਭੇਡਾਂ ਬੱਕਰੀਆਂ ਕਿਤੇ ਨਹੀਂ ਜਾਂਦੀਆਂ, ਸਾਡੇ ਸਿੱਖ ਵੇਖਣਗੇ। ਸਤਿਗੁਰਾਂ ਨੇ ਆਪਣੇ ਕੋਲੋਂ ਇੱਕ ਬੜਾ ਕੀਮਤੀ ਨਗ ਮੁੰਦਰੀ ਲਾ ਕੇ ਦਿੱਤੀ, ਇੱਕ ਬੜਾ ਸੋਹਣਾ ਦੁਸ਼ਾਲਾ ਦਿੱਤਾ ਇਹਨੂੰ। ਇੱਕ ਤਾਂ ਇਹਦੀ ਧੀ ਜਿਹੜੀ ਸੀ ਵਾਹੁਣ ਵਾਲੀ ਸੀ ਤੇ ਇਹਨੇ ਸੁਣਿਆ ਸੀ ਵੀ ਮਹਾਰਾਜ ਦੀ ਖਬਰ ਦੇਣ ਵਾਲੇ ਨੂੰ 1000 ਰੁਪਈਆ ਮਿਲੂਗਾ ਵੀ ਮੇਰਾ ਚਲੋ ਧੀ ਦਾ ਵਿਆਹ ਸੌਖਾ ਹੋ ਜਾਊ। ਇਹਦੀ ਵੀ ਮਹਾਰਾਜ ਭਾਵਨਾ ਪੂਰੀ ਕਰਨ ਪਹੁੰਚ ਗਏ। ਜਦੋਂ ਇਹ ਗਿਆ ਬਾਜ਼ਾਰ ਦੇ ਵਿੱਚ ਜਿੱਥੇ ਮਠਿਆਈ ਦੀ ਦੁਕਾਨ ਹੈ, ਜਾ ਕੇ ਹਲਵਾਈ ਨੂੰ ਕਹਿੰਦਾ ਹੈ ਵੀ ਆਹ ਲੈ ਮੁੰਦਰੀ, ਇਹਦੀ ਮਠਿਆਈ ਦੇ ਦੇ। ਉਹ ਕਹਿੰਦਾ ਪਾਉਣੀ ਕੀਚਾ ਦੁਸ਼ਾਲਾ ਅੱਗੇ ਕੀਤਾ, ਕਿਉਂਕਿ ਉਦੋਂ ਆਪਣਾ ਹੀ ਬਸਤਰ ਲੈ ਕੇ ਜਾਣਾ ਪੈਂਦਾ ਸੀ ਜੇ ਕੋਈ ਪਦਾਰਥ ਲੈਣਾ ਬਾਜ਼ਾਰੋਂ। ਤੇ ਜਦੋਂ ਹਲਵਾਈ ਨੂੰ ਇਹਨੇ ਜਾ ਕੇ ਗਰੀਬ ਆਲੀ ਕੱਪੜੇ ਪਾਟੇ ਆ, ਉਹਨੇ ਵੇਖਿਆ ਵੀ ਇਹਦੇ ਗਰੀਬ ਜਿਹਾ ਹੈ। ਇਹਨੂੰ ਇਹ ਨਹੀਂ ਸੀ ਨਾ ਪਤਾ ਵੀ ਇਹਦਾ ਮੁੱਲ ਕਰਨਾ ਹੈ, ਇਹਦੇ ਵਿੱਚੋਂ ਬਚਦੇ ਪੈਸੇ ਬਾਕੀ ਵੀ ਲੈਣੇ ਹੈ। ਕਹਿੰਦਾ ਮੁੰਦਰੀ ਲੈ ਲਾ ਤੇ ਮਠਿਆਈ ਦੇ ਦੇ। ਉਹਨੂੰ ਸ਼ੱਕ ਪੈ ਗਿਆ ਵੀ ਐਡੀ ਕੀਮਤੀ ਮੁੰਦਰੀ ਹੈ ਤੇ ਇਹਦੀ ਮੈਂ ਮਠਿਆਈ ਕਿੰਨੀ ਕੁ ਦੇ ਦੂੰਗਾ। ਤੇ ਜਦੋਂ ਦੁਸ਼ਾਲਾ ਵੇਖਿਆ ਉਹ ਸਮਝ ਗਿਆ ਵੀ ਇਹ ਕਿਤੇ ਚੋਰੀ ਕਰਕੇ ਲਿਆਇਆ, ਵੀ ਐਡਾ ਕੀਮਤੀ ਦੁਸ਼ਾਲਾ ਉਹ ਮਠਿਆਈ ਪਾਉਣ ਨੂੰ ਲਿਆਇਆ ਏ ਤੇ ਐਡੀ ਕੀਮਤੀ ਮੁੰਦਰੀ ਉਹਦੇ ਵਾਸਤੇ ਮਠਿਆਈ ਮੰਗਦਾ। ਨੇੜੇ ਹੀ ਥਾਣਾ ਸੀ, ਕੋਤਵਾਲੀ ਸੀ। ਉਹਨੂੰ ਫੜ ਕੇ ਬਾਹੋਂ ਤੇ ਕੋਤਵਾਲੀ ਕੋ ਲੈ ਗਿਆ ਵੀ ਜਨਾਬ ਆਹ ਕੋਈ ਸਾਨੂੰ ਚੋਰ ਲੱਗਦਾ ਏ, ਵੀ ਆਹ ਮੁੰਦਰੀ ਲਿਆ ਕੇ ਤੇ ਦੁਸ਼ਾਲੇ 'ਚ ਕਹਿੰਦਾ ਮਠਿਆਈ ਪਾਓ। ਉਹਨੇ ਆਖਿਆ ਜੀ ਨਹੀਂ ਮੈਂ ਚੋਰ ਨਹੀਂ ਹਾਂ, ਮੈਂ ਤਾਂ ਬਾਹਰ ਕੋਈ ਬਾਦਸ਼ਾਹ ਵਰਗਾ ਵੇਸ਼ ਹੈ। 5 ਜਾਣੇ ਨੇ ਘੋੜਿਆਂ ਤੇ ਆਏ ਹੋਏ, ਕਿਉਂਕਿ 5 ਸਿੱਖ ਮਹਾਰਾਜ ਦੇ ਨਾਲ ਸੀ ਜੋ ਤੁਰੇ ਨਾ ਸਾਹਿਬ ਜੀ ਆਨੰਦਪੁਰੋਂ। ਇੱਕ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦੱਤਾ ਜੀ ਤੇ ਉਹਦਾ ਰਠੌਰ। ਇਹ 5 ਸਿੱਖਾਂ ਨੂੰ ਨਾਲ ਲੈ ਕੇ ਨਵੇਂ ਪਾਤਸ਼ਾਹ ਜੀ ਆਏ ਸਨ। ਕਹਿਣ ਲੱਗਾ ਵੀ 5 ਉਹਨਾਂ ਦੇ ਨਾਲ ਹੋਰ ਨੇ ਤੇ ਬਾਦਸ਼ਾਹਾਂ ਵਰਗੇ ਲੱਗਦੇ ਨੇ, ਉਂਝ ਹੈ ਸੁਭਾਅ ਉਹਨਾਂ ਦਾ ਫਕੀਰਾਂ ਵਰਗਾ। ਮੈਂ ਚੋਰੀ ਨਹੀਂ ਕੀਤੀ, ਜਾ ਕੇ ਵੇਖ ਲਓ। 5 ਸਿਪਾਹੀ ਭੇਜੇ ਉਸ ਵੇਲੇ ਕੋਤਵਾਲ ਨੇ। ਉਹਨਾਂ ਜਾ ਕੇ ਮਹਾਰਾਜ ਸਾਹਿਬ ਜੀ ਵੱਲ ਇਸ਼ਾਰਾ ਕਰਤਾ, ਕਹਿੰਦੇ ਆਹ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਕੌਣ? ਤੇ ਜਿਹੜੇ ਮਹਾਰਾਜ ਕਦੀ ਆਪਣਾ ਨਾਮ ਨਹੀਂ ਸੀ ਸਤਿਕਾਰ ਨਾਲ ਲੈਂਦੇ, ਉਹਨੂੰ ਜਣਾਉਣ ਲਈ ਕਹਿਣ ਲੱਗੇ ਵੀ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਹਾਂ। ਉਸੇ ਵੇਲੇ ਆਏ ਥਾਣੇ
ਵੀ ਜਿਸ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਾਂ ਲੱਭਦੇ ਫਿਰਦੇ ਹਾਂ ਉਹੀ ਆਏ ਉਤਰੇ ਨੇ। ਉਹਨੇ ਉਸੇ ਵੇਲੇ 400 ਸਿਪਾਹੀ ਭੇਜੇ ਤੇ ਜਿੱਥੇ ਮਹਾਰਾਜ ਜੀ ਉਤਰੇ ਸੀ ਉਹਨੂੰ ਘੇਰਾ ਪਾਇਆ ਤੇ ਗੁਰੂ ਸਾਹਿਬ ਜੀ ਨੇ ਗ੍ਰਿਫਤਾਰੀ ਦਿੱਤੀ ਤੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਗ੍ਰਿਫਤਾਰ ਕਰਨਾ ਪਏਗਾ। ਨੇੜੇ ਹੀ ਇੱਕ ਪੁਰਾਣੀ ਇਮਾਰਤ ਸੀ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੂੰ ਇਹਨਾਂ ਨੇ ਨਜ਼ਰਬੰਦ ਕੀਤਾ ਤੇ ਕਹਿੰਦੇ ਜੀ ਸਾਨੂੰ ਨਾ ਤੁਹਾਡੀ ਖਬਰ ਭੇਜਣੀ ਪਏਗੀ ਦਿੱਲੀ ਖਬਰ ਭੇਜੀ ਔਰੰਗਜ਼ੇਬ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਆਗਰੇ ਹਨ ਤੇ ਸਾਡੀ ਹਿਰਾਸਤ ਦੇ ਵਿੱਚ ਨੇ। ਉਹਨੇ ਉਸੇ ਵੇਲੇ 12,000 ਸਿਪਾਹੀ ਦੇ ਕੇ ਭੇਜਿਆ। ਆਗਰੇ ਤੋਂ ਫਿਰ 3,000 ਇੱਕ ਪਾਸੇ, 3,000 ਦੂਜੇ ਪਾਸੇ, 3,000 ਮਗਰ ਤੇ 3,000 ਅੱਗੇ ਦੇ ਵਿਚਕਾਏ ਮਹਾਰਾਜ ਨੂੰ ਰੱਖਿਆ, ਇਸ ਕਰਕੇ ਵੀ ਜਿਹੜੇ ਕੋਈ ਰਾਜੇ ਰਜਵਾੜੇ ਆ ਉਹ ਮਹਾਰਾਜ ਨੂੰ ਮੰਨਦੇ ਆ ਵੀ ਕਿਤੇ ਛੁਡਾ ਕੇ ਨਾ ਲੈ ਜਾਵੇ, ਕੋਈ ਸਿੱਖ ਮਹਾਰਾਜ ਦੇ ਨਾਲ ਛੁਡਾ ਕੇ ਲੈ ਜਾਣ। ਇਹ ਤਾਂ ਫਿਰ ਆਗਰਿਓਂ ਦਿੱਲੀ ਲਿਆਏ ਸਨ। ਇੱਥੇ ਕਵੀ ਜੀ ਨੇ ਸੰਖੇਪ ਵਿੱਚ ਲਿਖਿਆ ਵੀ ਮਹਾਰਾਜ ਨੇ ਉਹ ਮੁੰਦਰੀ ਦੇ ਕੇ ਤੇ ਕੀਮਤੀ ਦਸ਼ਾਲਾ ਇੱਕ ਗਰੀਬ ਜੇ ਨੂੰ ਦੇ ਕੇ ਉਹਨੂੰ ਇਨਾਮ ਦਿਵਾਉਣ ਦੇ ਵਾਸਤੇ, ਕਿਉਂਕਿ ਜਦੋਂ ਮਹਾਰਾਜ ਦੀ ਪਛਾਣ ਹੋ ਗਈ ਸੀ ਨਾ ਤੇ 1000 ਰੁਪਈਆ ਉਸੇ ਵੇਲੇ ਉਹਨੂੰ ਦਿੱਤਾ ਗਿਆ ਵੀ ਤੇਰੇ ਕਰਕੇ ਫੜੇ ਗਏ ਨੇ। ਜਦੋਂ ਕਿ ਮਹਾਰਾਜ ਆਪ ਗ੍ਰਿਫਤਾਰ ਹੋਏ ਨੇ, ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਲਾ ਜਾਂ ਫੜਨ ਵਾਲਾ ਕੌਣ ਸੀ? ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਸਾਲਾ ਦੇ ਕੇ ਮਠਿਆਈ ਦੇ ਬਹਾਨੇ ਆਪਣਾ ਆਪ ਅੱਗੇ ਪੇਸ਼ ਕਰ ਦਿੱਤਾ, ਗ੍ਰਿਫਤਾਰੀ ਦੇ ਦਿੱਤੀ ਆਗਰੇ ਵਿੱਚ। ਭਾਈ ਹੱਟੀ ਜਾਏ ਤਰਿਓ ਪ੍ਰਗਟ ਹੋਣੇ ਦਾਏ। ਆ ਪ੍ਰਗਟ ਹੋਣ ਵਾਸਤੇ ਵੀ ਸਾਡਾ ਪਤਾ ਲੱਗ ਜੇ ਵੀ ਅਸੀਂ ਇੱਥੇ ਆਏ ਆ ਤੇ ਸਾਨੂੰ ਗ੍ਰਿਫਤਾਰ ਕਰ ਲੈਣ। ਆ ਜਿਹੜਾ ਕੋਈ ਗਰੀਬ ਜਿਹਾ ਗਿਆ ਸੀ ਹਲਵਾਈ ਦੇ ਹੱਟੀ ਤੇ ਜਾ ਕੇ ਉਹਨੇ ਜਦੋਂ ਕੀਮਤੀ ਦਸ਼ਾਲਾ ਰੱਖਿਆ ਨਾ ਇਹ 'ਚ ਮਠਿਆਈ ਪਾ ਦੋ, ਉਹਨੂੰ ਸ਼ੱਕ ਹੋ ਗਿਆ ਵੀ ਐਡੇ ਸੋਹਣੇ ਕੱਪੜਿਆਂ 'ਚ ਵੀ ਕੋਈ ਮਠਿਆਈ ਪਾਉਂਦਾ। ਉਸ ਬਹਾਨੇ ਦੇ ਨਾਲ ਮਹਾਰਾਜ ਸਾਹਿਬ ਜੀ ਗ੍ਰਿਫਤਾਰ ਹੋ ਗਏ। ਸ਼ੌਹਰਤ ਪਈ ਨਰੰਗਾ ਫੜ ਲਿਓ। ਮਹਾਰਾਜ ਦੀ ਸ਼ੌਹਰਤ ਹੋ ਗਈ, ਸ਼ੌਹਰਤ ਹੁੰਦਾ ਵੀ ਜਸ ਹੋ ਗਿਆ, ਰੌਲਾ ਪੈ ਗਿਆ। ਕਹਿੰਦੇ ਜਿਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਰੇ ਹਿੰਦੁਸਤਾਨ 'ਚ ਲੱਭਦੇ ਫਿਰਦੇ ਆ ਉਹ ਤਾਂ ਆਗਰੇ ਦੇ ਵਿੱਚ ਹੀ ਆਏ ਨੇ। ਗ੍ਰਿਫਤਾਰ ਕੀਤਾ ਤੇ ਔਰੰਗਜ਼ੇਬ ਦੀਆਂ ਫੌਜਾਂ ਮਹਾਰਾਜ ਨੂੰ ਦਿੱਲੀ ਲੈ ਗਈਆਂ। ਜਿਸ ਘਰ ਨਾ ਪਇਓ ਆਪਸ ਵਿੱਚ ਅਫਸਰ ਕਹਿੰਦੇ ਆ ਜਿਸ ਨੂੰ ਆਪਾਂ ਸਾਰੇ ਭਾਰਤ 'ਚ ਲੱਭਦੇ ਫਿਰਦੇ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਤਾਂ ਘਰੋਂ ਹੀ ਲੱਭ ਗਏ। ਆਗਰਾ ਤੇ ਦਿੱਲੀ ਕਿੰਨੀ ਕੁ ਦੂਰ ਹੈ? ਕਹਿੰਦੇ ਨੇੜੇ ਹੀ ਗ੍ਰਿਫਤਾਰ ਹੋ ਗਏ। ਮਨ ਰੰਗੇ ਕੇ ਹਥਿਆਏ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਆਪ ਔਰੰਗਜ਼ੇਬ ਦੇ ਸਿਰ ਤੇ ਠੀਕਰਾ ਭੰਨਣ ਦੇ ਲਈ ਪਹੁੰਚ ਗਏ। ਹਿਮਕਾਰ ਸਤਿਗੁਰ ਆਪ ਬੰਧਾਏ। ਇਹ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਗ੍ਰਿਫਤਾਰੀ ਦਿੱਤੀ, ਨਹੀਂ ਤੇ ਸਤਿਗੁਰਾਂ ਨੂੰ ਕੌਣ ਦੋਵਾਂ ਜਹਾਨਾਂ ਦੇ ਵਿੱਚ ਗ੍ਰਿਫਤਾਰ ਕਰਨ ਵਾਲਾ। ਐਤ ਪਾਏ ਬਹੁ ਦਿਵਾਇਓ ਤਰਾਸ। ਜਦੋਂ ਸਾਹਿਬਾਂ ਨੂੰ 12,000 ਫੌਜ ਦੇ ਪਹਿਰੇ ਦੇ ਹੇਠ ਦਿੱਲੀ ਲਿਜਾਇਆ ਗਿਆ ਤੇ ਸਤਿਗੁਰਾਂ ਨੂੰ ਡਰ ਦੇਣੇ ਜਾਂਦੇ ਸ਼ੁਰੂ ਕਰ ਦਿੱਤੇ ਤੇ ਭੂਤ ਹਵੇਲੀ ਦੇ ਵਿੱਚ ਮਹਾਰਾਜ ਨੂੰ ਕੈਦ ਕੀਤਾ ਵੀ ਇੱਥੇ ਵੱਡੇ ਵੱਡੇ ਆਏ ਆ ਤੇ ਡਰ ਗਏ ਆ ਜਾਂ ਮਰ ਗਏ ਆ, ਵੀ ਜਾਂ ਇਹ ਡਰ ਜਾਣਗੇ ਜਾਂ ਮਰ ਜਾਣਗੇ। ਤੇ ਸਾਹਿਬ ਨੂੰ ਕੈਦ ਰੱਖਿਆ। ਸਤਿਗੁਰੂ ਡਰੇ ਵੀ ਨਹੀਂ ਤੇ ਮਹਾਰਾਜ ਜਿਹੜੇ ਭੈ ਕਾਹੂ ਕੋ ਦੇਤਨਾ ਨਹਿ ਪੈ ਮਨ ਧਿਆਨ, ਉਹਨਾਂ ਨੇ ਕੀ ਡਰ ਮੰਨਣਾ ਸੀ, ਸਗੋਂ ਜਿਹੜਾ ਉਹ ਪ੍ਰੇਤ ਉੱਥੇ ਰਹਿੰਦਾ ਉਹਦੀ ਕਲਿਆਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਰ ਦਿੱਤੀ। ਫੇਰ ਮੁਗਲ ਇੱਕ ਭੇਜੇ ਪਾਸ। ਜਦੋਂ ਭੂਤ ਹਵੇਲੀ ਦੇ ਵਿੱਚ ਮਹਾਰਾਜ ਸਾਹਿਬ ਨੂੰ ਇਹ ਮੁਸਲਮਾਨ ਡਰਾ ਨਾ ਸਕੇ ਤੇ ਫੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਤਵਾਲੀ ਵਿਖੇ ਲਿਆਂਦਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦਾ ਕੱਦ 6.5 ਫੁੱਟ ਤੋਂ ਉੱਪਰ ਸੀ ਤੇ ਮਹਾਰਾਜ ਜੀ ਨੂੰ ਇੱਕ ਸਾਧ ਸੰਗਤ ਸੂਲਾ ਲੱਗੇ ਪਿੰਜਰੇ ਦੇ ਵਿੱਚ ਫਿਰ ਕੈਦ ਕੀਤਾ, ਜਿਹਦੇ ਵਿੱਚ ਲੱਕ ਕੁੱਬਾ ਜਿਹਾ ਰਹਿੰਦਾ ਸੀ ਤੇ ਸਿੱਧਾ ਖਲੋਤਾ ਨਹੀਂ ਸੀ ਜਾ ਸਕਦਾ। ਜੇ ਬਹੁਤਾ ਹਿੱਲੀਏ ਤੇ ਤਿੱਖੀਆਂ ਸੂਲਾਂ ਜਿਹੜੀਆਂ ਸੀ ਉਹ ਸਰੀਰ ਦੇ ਵਿੱਚ ਚੁਭਦੀਆਂ ਸਨ। ਇੱਕ ਥਾਂ ਤੇ ਖਲੋ ਕੇ ਰਹਿਣਾ ਪੈਂਦਾ ਸੀ ਵੀ ਇਹ ਤਾਂ ਦੁੱਖ ਦੇਵਾਂਗੇ ਤੇ ਹੋ ਸਕਦਾ ਵੀ ਇਹ ਸਾਡੀ ਗੱਲ ਮੰਨ ਲੈਣ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਅਤੇ ਫੇਰ ਮਹਾਰਾਜ ਸਾਹਿਬ ਦੇ ਕੋਲ ਕੁਝ ਕਾਜੀ, ਕੁਝ ਮਲਾਣੇ, ਕੁਝ ਲਾਲਚ ਦੇਣ ਵਾਲੇ, ਕੁਝ ਡਰ ਦੇਣ ਵਾਲੇ ਭੇਜੇ ਔਰੰਗਜ਼ੇਬ ਪਾਤਸ਼ਾਹ ਨੇ। ਛੋਟਾ ਬੋਲ ਔ ਤਰਾਸ ਦਿਖਾਇਆ। ਇਹਨਾਂ ਆਉਂਦੇ ਮਹਾਰਾਜ ਸਾਹਿਬ ਜੀ ਨੂੰ ਮਾੜਾ ਬੋਲ ਬੋਲਿਆ, ਜਿਵੇਂ ਪੁਲਿਸ ਵਾਲੇ ਆ ਨਾ ਜਦੋਂ ਆਉਂਦੇ ਆ ਤੇ ਆਉਂਦਿਆਂ ਭੈੜਾ ਹੀ ਬੋਲਦੇ ਆ ਨਾ, ਤੈਨੂੰ ਮਾਰ ਦਿਆਂਗੇ, ਤੈਨੂੰ ਚੀਰ ਦਿਆਂਗੇ, ਤੈਨੂੰ ਪਾੜ ਦਿਆਂਗੇ, ਏਦਾਂ ਦੀਆਂ ਗੱਲਾਂ ਕਰਦੇ ਆ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਨੂੰ ਇਹਨਾਂ ਬੜਾ ਡਰ ਵਿਖਾਇਆ।
ਤੁਹਾਨੂੰ ਮਾਰ ਦੇਾਂਗੇ, ਤੁਹਾਨੂੰ ਬੜਾ ਦੁੱਖ ਦੇਾਂਗੇ। ਆਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਡਰਾਉਣ ਦੇ ਵਾਸਤੇ ਬਹੁਤ ਮਾੜਾ ਚੰਗਾ ਬੋਲੇ। ਗੁਰਕ ਹੋਏ ਤਿਨੇ ਆਖ ਸੁਣਾਇਆ। ਤੇ ਨਾਲ ਕਹਿੰਦੇ ਵੀ ਜੇ ਸਾਡੀ ਸਜ਼ਾ ਤੋਂ ਬਚਣਾ ਹੈ ਨਾ, ਜੇ ਮੌਤ ਤੋਂ ਬਚਣਾ ਹੈ, ਫਿਰ ਮਹਾਰਾਜ ਤੁਸੀਂ ਮੁਸਲਮਾਨ ਬਣ ਜਾਓ। ਪਹਿਲਾਂ ਡਰਾਇਆ ਧਮਕਾਇਆ ਤੇ ਕਹਿੰਦੇ ਜੇ ਤੁਸੀਂ ਡਰਦੇ ਹੋ, ਜੇ ਤੁਹਾਡੇ ਮਨ ਚ ਹੈ ਨਾ ਵੀ ਸਾਨੂੰ ਇਹ ਸਜ਼ਾ ਨਾ ਮਿਲੇ, ਤਾਂ ਫਿਰ ਮੁਸਲਮਾਨ ਬਣ ਜਾਓ, ਪਾਤਸ਼ਾਹ ਦਾ ਹੁਕਮ ਹੈ। ਦਿਖਾਇਓ ਕਰਾ ਸਮਾਤ। ਤੇ ਜੇ ਤੁਸੀਂ ਕਹਿੰਦੇ ਮੁਸਲਮਾਨ ਨਹੀਂ ਨਾ ਬਣਦੇ, ਤੇ ਫਿਰ ਸਾਨੂੰ ਜਾਂ ਕੋਈ ਬਾਦਸ਼ਾਹ ਕਹਿੰਦਾ ਵੀ ਕਰਾਮਾਤ ਵਿਖਾਓ, ਕੋਈ ਆਪਣੀ ਤਾਕਤ ਵਿਖਾਓ, ਕੋਈ ਸ਼ਕਤੀ ਵਿਖਾਵੋ। ਜਿਮ ਗੁਰੂ ਅਖਾਵੈ ਦਿਖਾਓ ਸੋ ਬਾਤ। ਆ ਜਿਵੇਂ ਆਪਣੇ ਆਪ ਨੂੰ ਤੁਸੀਂ ਗੁਰੂ ਅਖਵਾਉਂਦੇ ਹੋ, ਤੇ ਕੋਈ ਇਹੋ ਜੀ ਬਾਤ ਵੀ ਵਿਖਾਓ ਜਿਹਦੇ ਕਰਕੇ ਸਾਨੂੰ ਭਰੋਸਾ ਆਵੇ, ਸਾਡਾ ਬਾਦਸ਼ਾਹ ਮੰਨ ਜਾਵੇ ਵੀ ਵਾਕਿਆ ਹੀ ਤੁਹਾਡੇ ਵਿੱਚ ਬੜੀ ਕਰਾਮਾਤ ਹੈ, ਬੜੀ ਸ਼ਕਤੀ ਆ। ਆਪਣੇ ਗੁਰੂ ਹੋਣ ਦੀ ਕਹਿੰਦੇ ਵੀ ਕੋਈ ਨਿਸ਼ਾਨੀ ਤਾਂ ਵਿਖਾਓ ਵੀ ਤੁਹਾਡੇ 'ਚ ਕੀ ਹੈ। ਜਿਮ ਤੁਮ ਪਤ ਸਾਹੋ ਸੱਚੋ ਸਦਭਾਵੈ। ਨਾਲ ਹੀ ਕਹਿਣ ਲੱਗੇ ਵੀ ਤੁਹਾਡੇ ਸਿੱਖ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਆ, ਵੀ ਜਿੱਦਾਂ ਤੁਸੀਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹੋ ਸਿੱਖਾਂ ਦੇ ਕੋਲੋਂ, ਜਿਮ ਕਰ ਹਮਕੋ ਝੂਠ ਠਹਿਰਾਵੇ। ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹੋ ਤੇ ਜਿਵੇਂ ਸਾਨੂੰ ਝੂਠਾ ਠਹਿਰਾਉਂਦੇ ਹੋ। ਕਿਉਂਕਿ ਆਪੇ ਹੀ ਹੋ ਗਿਆ ਨਾ ਵੀ ਜਦੋਂ ਤੁਸੀਂ ਸੱਚੇ ਪਾਤਸ਼ਾਹ ਹੋ, ਇਹਦਾ ਮਤਲਬ ਇਹੀ ਆ ਨਾ ਵੀ ਸਾਡਾ ਜਿਹੜਾ ਔਰੰਗਜ਼ੇਬ ਹੈ ਜਾਂ ਸਾਡੇ ਦਿੱਲੀ ਦਾ ਤਖਤ ਹੈ ਵੀ ਇਹ ਝੂਠਾ ਪਾਤਸ਼ਾਹ ਹੈ। ਤੇ ਜਿਵੇਂ ਤੁਸੀਂ ਸਾਨੂੰ ਕਹਿੰਦੇ ਵੀ ਝੂਠਾ ਪਾਤਸ਼ਾਹ ਕਹਿੰਦੇ ਹੋ, ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹੋ, ਉਹਦੇ ਵਾਸਤੇ ਸਾਨੂੰ ਕੋਈ ਪਤਾ ਦੇ ਵਿਖਾਓ, ਵੇਖੀਏ ਵੀ ਕਿੱਡੇ ਤੁਸੀਂ ਸੱਚੇ ਪਾਤਸ਼ਾਹ ਹੋ। ਨਹੀਂ ਹੋ ਤੂੰ ਮੁਸਲਮਾਨ। ਤੇ ਫਿਰ ਕਾਜੀ ਮਲਾਣੇ ਜੇ ਕੁਝ ਅਹਿਲਕਾਰ ਜੇ ਕੁਝ ਅਫਸਰ ਆਏ ਸੀ ਜਿਹੜੇ ਹਾਈ ਕਮਾਂਡ ਦੇ ਵੱਲੋਂ ਭੇਜੇ ਗਏ, ਜਿਹੜੇ ਜਿੱਦਾਂ ਕਹਿ ਦਿੰਦੇ ਆ ਨਾ ਵੀ ਟੌਪ ਦੀ ਲੀਡਰਸ਼ਿਪ ਭੇਜੀ, ਜਿਹੜੀ ਵੀ ਮਹਾਰਾਜ ਸਾਹਿਬ ਨੂੰ ਜਾ ਕੇ ਡਰਾਓ ਧਮਕਾਓ ਤੇ ਭਰਮਾਓ। ਕਹਿੰਦੇ ਕਰਾਮਾਤ ਵਿਖਾਓ, ਜੇ ਨਹੀਂ ਵਿਖਾਉਣੀ ਤਾਂ ਫੇਰ ਚੁੱਪ ਕਰਕੇ ਮਹਾਰਾਜ ਜੀ ਤੁਸੀਂ ਮੁਸਲਮਾਨ ਬਣ ਜਾਓ। ਕਹਿ ਦਿਖਾਓ ਕਿਛ ਆਪਣੋ ਤਾਨ। ਤੇ ਜੇ ਮੁਸਲਮਾਨ ਬਣ ਤੋਂ ਅੜਦੇ ਹੋ ਤਾਂ ਫਿਰ ਆਪਣਾ ਕੋਈ ਤਾਣ ਵਿਖਾਓ, ਫਿਰ ਤੁਹਾਨੂੰ ਕੋਈ ਆਪਣਾ ਬਲ ਵਿਖਾਉਣਾ ਪਏਗਾ। ਦਿਖਾਓ ਹਮੇ ਕੁਛ ਕਰਾ ਜਮਾਤ। ਆਏ ਬਾਦਸ਼ਾਹ ਕਹਿੰਦਾ ਹੈ ਵੀ ਸਾਨੂੰ ਕੋਈ ਕਰਾਮਾਤ ਵਿਖਾਓ ਵੀ ਤੁਹਾਡੇ 'ਚ ਵਿਸ਼ੇਸ਼ ਸ਼ਕਤੀ ਕੀ ਹੈ। ਰਾਮ ਰਾਏ ਜਿਮ ਮੰਨੋ ਬਾਤ। ਵੇਖੋ ਤੁਹਾਡੇ ਤੋਂ ਪਹਿਲਾਂ ਰਾਮ ਰਾਏ ਆਇਆ, ਤੇ ਜਿਵੇਂ ਰਾਮ ਰਾਏ ਨੇ ਸਾਡੇ ਬਾਦਸ਼ਾਹ ਔਰੰਗਜ਼ੇਬ ਦੇ ਕਹਿਣ ਤੇ 72 ਕਰਾਮਾਤਾਂ ਵਿਖਾਈਆਂ ਸਨ। ਉਹਨੇ ਦਿਨ ਦੇ ਸਮੇਂ ਚੰਦਰਮਾ ਵਿਖਾਤਾ, ਆਕਾਸ਼ ਦੇ ਵਿੱਚ ਚੜਿਆ, ਫਿਰ ਦੋ ਚੰਦਰਮਾ ਵਿਖਾ ਦਿੱਤੇ, ਖੂਹ ਤੇ ਚਾਦਰ ਵਿਛਾ ਕੇ ਉੱਤੇ ਬਹਿ ਗਿਆ। ਉਹਨੇ ਫਿਰ ਸਵਰਗਾਂ ਦੇ ਜਿਹੜੇ ਫਲ ਸੀ ਉਹ ਸਾਡੇ ਬਾਦਸ਼ਾਹ ਨੂੰ ਖਵਾ ਦਿੱਤੇ। ਮਰਿਆ ਹੋਇਆ ਬੱਕਰਾ ਉਹ ਫੇਰ ਜਿਉਂਦਾ ਕਰ ਦਿੱਤਾ। ਇਹ ਤੇ ਆਦ ਕਹਿੰਦੇ ਵੀ ਜਿਵੇਂ 72 ਕਰਾਮਾਤਾਂ ਰਾਮ ਰਾਏ ਨੇ ਵਿਖਾਈਆਂ ਸੀ, ਮਹਾਰਾਜ ਉਹ ਵੀ ਤੇ ਤੁਹਾਡੇ ਵਿੱਚੋਂ ਹੀ ਸੀ ਨਾ, ਤੇ ਤੁਸੀਂ ਵੀ ਉਹਦੇ ਵਾਂਗ ਕੋਈ ਨਾ ਕੋਈ ਕਰਾਮਾਤ ਵਿਖਾਓ, ਤੁਹਾਡੇ ਦੇ ਵੀ ਸਾਡਾ ਔਰੰਗਜ਼ੇਬ ਫਿਰ ਖੁਸ਼ ਹੋ ਜਾਵੇਗਾ। ਤਬ ਸਤ ਗੁਰ ਫਿਰ ਇਮ ਕਹਿਓ। ਆ ਸੁਣ ਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਨੂੰ ਜਵਾਬ ਦਿੰਦੇ ਆ ਕਹਿਣ ਲੱਗੇ, ਮੈਂ ਅੱਛਾ ਕੀ ਰਾਮ ਰਾਏ। ਕਹਿਣ ਲੱਗੇ ਵੀ ਠੀਕ ਹੈ ਵੀ ਰਾਮ ਰਾਏ ਤੁਹਾਨੂੰ ਕਰਾਮਾਤਾਂ ਵਿਖਾ ਗਿਆ, ਇਹ ਕਿਹੜਾ ਉਹਨੇ ਕੋਈ ਚੰਗਾ ਕੰਮ ਕੀਤਾ ਹੈ। ਰਾਮ ਰਾਏ ਨੇ ਚੰਗਾ ਨਹੀਂ ਕੀਤਾ। ਜੇ ਰਾਮ ਰਾਏ ਨੇ ਚੰਗਾ ਕੀਤਾ ਹੁੰਦਾ ਤੇ ਫਿਰ ਉਹਨੂੰ ਗੁਰੂ ਘਰ ਦੇ ਵਿੱਚੋਂ ਕੱਢਿਆ ਥੋੜਾ ਜਾਣਾ ਸੀ। ਗੁਰੂ ਹਰਿ ਸਾਹਿਬ ਨੇ ਕਹਿਤਾ ਸੀ ਸਾਡੇ ਮੱਥੇ ਨਹੀਂ ਲੱਗਣਾ। ਨਵੇਂ ਪਾਤਸ਼ਾਹ ਕਹਿੰਦੇ ਵੀ ਰਾਮ ਰਾਏ ਨੇ ਕੋਈ ਚੰਗਾ ਕੰਮ ਥੋੜਾ ਕੀਤਾ ਹੈ ਜੇ ਕਰਾਮਾਤਾਂ ਵਿਖਾਈਆਂ ਨੇ। ਆਪ ਵਡਾਈ ਲੈ ਗਇਓ ਗੱਲ ਪਿਛਲਨ ਪਾਏ ਬੁਲਾਏ। ਗੁਰੂ ਘਰ ਦੀ ਸ਼ਕਤੀ ਸੀ ਉਹਦੇ ਕੋਲ, ਤੇ ਉਹ ਸ਼ਕਤੀਆਂ ਵਿਖਾ ਕੇ ਤੇ ਆਪ ਵਡਿਆਈ ਲੈ ਗਿਆ, ਆਪਣੀ ਵਾਹ ਵਾਹ ਕਰਾ ਲਈ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੇ ਪਿਛਲੇ ਸੀ ਉਹਨਾਂ ਦੇ ਗਲ ਬਲਾ ਪਾ ਗਿਆ, ਆਪ ਸ਼ਕਤੀਆਂ ਵਿਖਾ ਗਿਆ ਤੇ ਦੂਜਿਆਂ ਦੇ ਗਲ ਬਲਾ ਪਾ ਦਿੱਤੀ ਹੈ। ਆਓ ਭਈ ਜੋ ਬਹੁ ਦੇ ਗਇਓ ਕਰਾ ਸਮਾਤ। ਆ ਜਿਹੜੀ ਰਾਮ ਰਾਏ ਕਰਾਮਾਤ ਤੁਹਾਨੂੰ ਵਿਖਾ ਕੇ ਗਿਆ ਹੈ, ਜਿੰਨੀਆਂ ਸ਼ਕਤੀਆਂ ਉਹਨੇ ਵਿਖਾਈਆਂ ਨੇ, ਆਓ ਹਮ ਕੋ ਤੈ ਆਖੀ ਬਾਤ। ਜੇ ਰਾਮ ਰਾਏ ਮਹਾਰਾਜ ਜੀ ਕਹਿੰਦੇ ਵੀ ਕਰਾਮਾਤ ਤੁਹਾਡੇ ਕਹਿਣ ਤੇ ਨਾ ਵਿਖਾਉਂਦਾ, ਤੇ ਫਿਰ ਤੁਸੀਂ ਸਾਨੂੰ ਥੋੜਾ ਕਹਿਣਾ ਸੀ ਵੀ ਕਰਾਮਾਤ ਵਿਖਾਓ। ਉਹ ਕਹਿੰਦੇ ਵੀ ਮੂੰਹ ਲਾ ਗਿਆ ਏ, ਜਿਵੇਂ ਕੁੱਤੇ ਨੂੰ ਕਹਿੰਦੇ ਨਾ ਵੀ ਮੂੰਹ ਲੱਗ ਜਾਂਦਾ ਏ,
ਜਾਂ ਇੱਕ ਜਿਵੇਂ ਜ਼ਿਮੀਂਦਾਰ ਦੀ ਕੋਈ ਉਦਾਹਰਨ ਦਿੰਦੇ ਆ ਵੀ ਉਹਨੇ ਸਹੇ ਦੇ ਡੰਡਾ ਮਾਰ ਕੇ ਉਹਦੀਆਂ ਲੱਤਾਂ ਤੋੜਤੀਆਂ, ਖੇਤਾਂ 'ਚੋਂ ਨੱਸਣ ਲੱਗਾ ਸੀ। ਕਿਸੇ ਨੇ ਕਿਹਾ ਉਹ ਵੀ ਇਹਦੀਆਂ ਲੱਤਾਂ ਕਾਹਤੋਂ ਤੋੜੀਆਂ, ਸਹਿਆ ਕਿਉਂ ਮਾਰਿਆ? ਉਹ ਕਹਿਣ ਲੱਗਾ ਮੈਂ ਸਹਿਆ ਨਹੀਂ ਮਾਰਿਆ, ਮੈਂ ਪਿਆ ਮਾਰਿਆ ਹੈ। ਕਹਿੰਦਾ ਕਿਵੇਂ? ਕਹਿੰਦੇ ਅੱਜ ਇਹ ਸਹਿਆ ਲੰਘਿਆ ਸੀ, ਫਿਰ ਹੋਰ ਆਉਂਦਾ ਹੋਰ ਮੇਰੀ ਪੈਲੀ ਦੇ ਵਿੱਚ ਪਿਆ ਪੈ ਜਾਣਾ ਸੀ ਨਾ, ਫਿਰ ਹਰ ਇੱਕ ਨੇ ਲੰਘਣਾ ਸੀ। ਕਹਿੰਦਾ ਮੈਂ ਸਹਿ ਦੀਆਂ ਲੱਤਾਂ ਨਹੀਂ ਤੋੜੀਆਂ, ਸਹਿਆ ਨਹੀਂ ਮਾਰਿਆ, ਮੈਂ ਪਿਆ ਮਾਰਿਆ ਹੈ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਰਾਮ ਰਾਏ ਵੀ ਕਰਾਮਾਤ ਨਾ ਵਿਖਾਉਂਦਾ ਤੇ ਆਪੇ ਉਹ ਔਰੰਗਜ਼ੇਬ ਨੂੰ ਵੀ ਕਰਾਮਾਤਾਂ ਵੇਖਣ ਦੀ ਆਦਤ ਨਾ ਪੈਂਦੀ। ਉਹ ਪਿਆ ਪਾ ਗਿਆ ਹੈ ਹੁਣ ਰਾਮ ਰਾਏ। ਤੇ ਹੁਣ ਜਿਹਦੇ ਕਿਹਦੇ ਕੋਲ ਵੀ ਔਰੰਗਜ਼ੇਬ ਕੋਈ ਵੀ ਸਾਧੂ ਸੰਤ ਮਹਾਤਮਾ ਹੁੰਦਾ ਤੇ ਪਹਿਲਾਂ ਉਹਨੂੰ ਇਹੀ ਕਹਿੰਦਾ ਜੀ ਵਿਖਾਓ ਕੁਝ, ਵਿਖਾਓ ਸ਼ਕਤੀ, ਵਿਖਾਓ ਕੋਈ ਕਰਾਮਾਤ। ਮਹਾਰਾਜ ਕਹਿੰਦੇ ਰਾਮ ਰਾਏ ਨੇ ਇਸ ਕਰਕੇ ਚੰਗਾ ਨਹੀਂ ਕੀਤਾ ਏ। ਜੇ ਉਹ ਚੰਗਾ ਕਰਕੇ ਜਾਂਦਾ ਤੇ ਅੱਜ ਤੁਸੀਂ ਸਾਨੂੰ ਕਰਾਮਾਤ ਵਿਖਾਉਣ ਲਈ ਨਾ ਕਹਿੰਦੇ। ਪੀਰ ਫਕੀਰ ਲਾਗਿਓ ਪਾਪ। ਆ ਪੀਰਾਂ ਫਕੀਰਾਂ ਨੂੰ ਸਜ਼ਾ ਦਿਵਾਉਣ ਦਾ ਨੂੰ ਪਾਪ ਲੱਗਿਆ ਏ, ਕਿਉਂਕਿ ਔਰੰਗਜ਼ੇਬ ਨੇ ਰਾਮ ਰਾਏ ਦੀਆਂ ਵੇਖ ਲਈਆਂ ਸ਼ਕਤੀਆਂ। ਫਿਰ ਸਰਮਦ ਵਰਗੇ ਫਕੀਰ ਲਿਆਂਦੇ, ਉਹਨੂੰ ਕਹਿੰਦਾ ਵਿਖਾ ਕਰਾਮਾਤ, ਨਹੀਂ ਵਿਖਾ ਸਕੇ ਫਿਰ ਉਹਨੂੰ ਮਰਵਾਤਾ। ਹੋਰ ਕੋਈ ਸਾਧੂ ਸੰਤ ਫੜਿਆ, ਉਹਨੂੰ ਕਹਿੰਦਾ ਵਿਖਾ ਕਰਾਮਾਤ। ਜਿਹੜਾ ਨਹੀਂ ਵਿਖਾ ਸਕਿਆ ਔਰੰਗਜ਼ੇਬ ਨੇ ਅਨੇਕਾਂ ਹਿੰਦੂ ਤੇ ਮੁਸਲਮਾਨ ਜਿਹੜੇ ਫਕੀਰ ਸੀ ਉਹਨਾਂ ਨੂੰ ਸਜ਼ਾ ਦੇ ਦੇ ਕੇ ਮਰਵਾਇਆ। ਸਾਹਿਬ ਕਹਿੰਦੇ ਵੀ ਇਹ ਸਾਰਾ ਪਾਪ ਹੁਣ ਰਾਮ ਰਾਏ ਦੇ ਸਿਰ ਤੇ ਹੀ ਲੱਗੂਗਾ ਨਾ। ਜੋ ਸ਼ਕਤੀ ਨਾ ਵਿਖਾਉਂਦਾ ਤੇ ਇਹਨਾਂ ਸੰਤਾਂ ਸਾਧੂਆਂ ਨੂੰ ਦੁੱਖ ਵੀ ਨਾ ਹੁੰਦਾ। ਉਹ ਕਰਵਾਏ ਉਹ ਸਭ ਕੋ ਖਾਪ। ਇਹ ਤਾਂ ਕਹਿੰਦੇ ਸਾਰੇ ਸਾਧੂ ਸੰਤਾਂ ਦਾ ਨਾਸ ਰਾਮ ਰਾਏ ਕਰਵਾ ਕੇ ਗਿਆ ਹੈ, ਜਿਹੜਾ ਬਾਦਸ਼ਾਹ ਨੂੰ ਸ਼ਕਤੀਆਂ ਵਿਖਾਉਂਦਾ ਰਿਹਾ ਏ। ਕਰਾਮਾਤ ਮਦ ਸਭ ਕਬ ਹੋਏ। ਇਹ ਭਾਈ ਜਿਹੜੀਆਂ ਸ਼ਕਤੀਆਂ ਨੇ ਸਾਰਿਆਂ ਦੇ ਵਿੱਚ ਥੋੜਾ ਹੁੰਦੀਆਂ। ਕਈ ਸਾਧੂ ਮਹਾਤਮਾ ਸ਼ਕਤੀਆਂ ਨੂੰ ਪੁੱਜੇ ਹੁੰਦੇ ਆ, ਕਈ ਅਜੇ ਵਿਚਾਰੇ ਉਧਰ ਨੂੰ ਤੁਰੇ ਹੁੰਦੇ ਆ, ਤੇ ਕਈ ਜਿਹੜੇ ਹਨ ਉਹ ਸਾਰੀ ਉਮਰ ਲੰਘ ਜੇ ਤੇ ਕੋਈ ਸ਼ਕਤੀ ਨਹੀਂ ਪੱਲੇ ਪੈਂਦੀ। ਜਿਸ ਕਰਕੇ ਇਹ ਗੱਲ ਠੀਕ ਨਹੀਂ ਹੈ। ਜੇ ਅਸੀਂ ਵੀ ਸ਼ਕਤੀ ਵਿਖਾਵਾਂਗੇ ਅੱਜ, ਕੱਲ ਨੂੰ ਤੁਸੀਂ ਹੋਰਾਂ ਦਾ ਗੱਲ ਫੜੋਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਾਮਾਤ ਵਿਖਾਈ ਸੀ, ਤੂੰ ਵੀ ਵਿਖਾ। ਸਾਹਿਬ ਕਹਿੰਦੇ ਵੀ ਕਈਆਂ ਦੇ ਪੱਲੇ ਵਿਚਾਰਿਆਂ ਦੇ ਤਾਕਤ ਨਹੀਂ ਹੁੰਦੀ ਇੰਨੀ। ਬਿਨ ਕਰਾਮਾਤ ਤੁਮ ਛੱਡੋ ਨਾ ਕੋਏ। ਤੇ ਜੇ ਅੱਜ ਅਸੀਂ ਕਰਾਮਾਤ ਵਿਖਾ ਗਏ ਤੇ ਫਿਰ ਤੁਸੀਂ ਸਾਡੇ ਤੋਂ ਬਾਅਦ ਕਿਸੇ ਨੂੰ ਛੱਡਣਾ ਨਹੀਂ ਹੈ। ਹਰ ਇੱਕ ਦੀ ਪਰਖ ਏਦਾਂ ਕਰੋਗੇ ਵੀ ਸ਼ਕਤੀ ਵਿਖਾ। ਜਿਹੜਾ ਨਹੀਂ ਵਿਚਾਰਾ ਵਿਖਾ ਸਕੂਗਾ ਉਹਨੂੰ ਤੁਸੀਂ ਜਲੀਲ ਕਰੋਗੇ, ਮਾਰੋਗੇ, ਕੁੱਟੋਗੇ। ਕਰਾਮਾਤ ਹਮ ਦੇ ਨ ਜਾਹੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਵੀ ਅਸੀਂ ਕਰਾਮਾਤ ਤੁਹਾਨੂੰ ਨਹੀਂ ਵਿਖਾਵਾਂਗੇ। ਪਿਛਲਨ ਕਹਿ ਜੋ ਗੈਰ ਲਗਾਹੀ। ਆ ਜਿਹੜੀ ਸਾਡੇ ਵੱਲੋਂ ਵਿਖਾਈ ਹੋਈ ਕਰਾਮਾਤ ਜਿਹੜੀ ਆਏ ਪਿਛਲੇ ਸਾਡੇ ਤੋਂ ਬਾਅਦ ਵਿੱਚ ਜਿਹੜੇ ਕੋਈ ਸੰਤ ਸਾਧੂ ਮਹਾਤਮਾ ਹੋਣਗੇ ਉਹਨਾਂ ਦੇ ਗੱਲ ਦੇ ਵਿੱਚ ਕਹਿੰਦੇ ਵੀ ਮੁਸੀਬਤ ਬਣ ਕੇ ਬਲਾ ਬਣ ਕੇ ਪੈ ਜਾਵੇ, ਉਹ ਕੰਮ ਅਸੀਂ ਨਹੀਂ ਕਰਨਾ। ਕਰਾਮਾਤ ਹੈ ਕਹਿਰ ਸਮਾਹੇ। ਜਿਹੜੇ ਸਾਧੂ ਸੰਤ ਹੈ ਨਾ ਇਹਨਾਂ ਦੇ ਮਤ ਦੇ ਵਿੱਚ ਕਰਾਮਾਤ ਵਿਖਾਉਣੀ ਇਹ ਤਾਂ ਕਹਿਰ ਦਾ ਨਾਂ ਹੈ। ਕਹਿਰ ਤੋਂ ਭਾਵ ਹੁੰਦਾ ਜ਼ੁਲਮ ਕਰਨਾ। ਜਿਵੇਂ ਕਲਗੀਧਰ ਮਹਾਰਾਜ ਦਾ ਭਜਨ ਹੈ ਨਾ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਜਿਹੜੇ ਰੱਬ ਦੇ ਸਾਧੂ ਨੇ ਨਾ ਸੰਤ ਨਾਵੇਂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਰਾਮਾਤਾਂ ਸ਼ਕਤੀਆਂ ਵਿਖਾਉਂਦੇ ਆ, ਕਿਉਂਕਿ ਜਿਹੜੀ ਸ਼ਕਤੀ ਵਿਖਾਉਣੀ ਹੈ ਇਹ ਏਦਾਂ ਹੈ ਵੀ ਜਿਵੇਂ ਕਿਸੇ ਦੇ ਜ਼ੁਲਮ ਕਰਨਾ ਹੈ। ਪੀਰ ਸ਼ਾਹ ਕੋ ਚਹੀਤ ਨਾਹੇ। ਇਸ ਕਰਕੇ ਨਾਵੇਂ ਪਾਤਸ਼ਾਹ ਉਹਨਾਂ ਕਾਜੀ ਮੁਲਾਣਿਆਂ ਨੂੰ ਕਹਿਣ ਲੱਗੇ ਵੀ ਜਿਹੜੇ ਪੀਰ ਸੰਤ ਲੋਕ ਹੁੰਦੇ ਆ ਉਹਨਾਂ ਕੋ ਵੀ ਕਰਾਮਾਤਾਂ ਹੁੰਦੀਆਂ ਨੇ, ਤੇ ਜਿਹੜਾ ਕੋਈ ਰਾਜਾ ਤਖਤ ਤੇ ਬੈਠਾ ਹੁੰਦਾ ਹੈ ਨਾ ਉਹਦਾ ਹੁਕਮ ਜਿਹੜਾ ਚੱਲਦਾ ਹੈ ਵੀ ਇੱਕ ਕਰਾਮਾਤ ਹੀ ਹੁੰਦੀ ਹੈ। ਇਸ ਕਰਕੇ ਨਾ ਹੀ ਰੱਬ ਦੇ ਬੰਦਿਆਂ ਨੂੰ ਕਰਾਮਾਤ ਵਿਖਾਉਣੀ ਚਾਹੀਦੀ ਹੈ, ਕਹਿਰ ਕਰਨਾ ਚਾਹੀਦਾ, ਜ਼ੁਲਮ ਢਾਉਣਾ ਚਾਹੀਦਾ, ਤੇ ਨਾ ਹੀ ਕਹਿੰਦੇ ਵੀ ਬਾਦਸ਼ਾਹ ਲੋਕ ਜਿਹੜੇ ਆ ਇਹਨਾਂ ਨੂੰ ਕਰਾਮਾਤ ਵਿਖਾਉਣੀ ਚਾਹੀਦੀ। ਭਾਵ ਵੀ ਇਹਨਾਂ ਨੂੰ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਆਪਣੀ ਤਾਕਤ ਦੇ ਨਾਲ। ਕਹਿਰ ਹਟਾਵਣ ਕੋ ਕੀਓ ਦੋ। ਆ ਦੋਵੇਂ ਸਗੋਂ ਜ਼ੁਲਮ ਹਟਾਉਣ ਵਾਸਤੇ ਕੀਤੇ ਆ ਨਾ ਰੱਬ ਨੇ। ਰੱਬ ਨੇ ਤਾਂ ਸੰਤਾਂ ਨੂੰ ਭੇਜਿਆ ਵੀ ਜ਼ੁਲਮ ਘਟਾਓ। ਜਿਹੜਾ ਬਾਦਸ਼ਾਹ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਵੀ ਜ਼ੁਲਮ ਨਾ ਹੋਵੇ ਮੇਰੀ ਪ੍ਰਜਾ ਤੇ। ਪੀਰ ਫਕੀਰ ਕਹਿਰ ਜੈ ਕੋ। ਇਸ ਕਰਕੇ ਜਿਹੜੇ ਰੱਬ ਦੇ ਬੰਦੇ ਆ ਪੀਰ ਫਕੀਰ ਸੰਤ ਮਹੰਤ ਇਹ ਸਾਰੇ ਹੀ ਜ਼ੁਲਮ ਦਾ ਨਾਸ਼ ਕਰਿਆ ਚਾਹੁੰਦੇ ਹਨ। ਹੋਰ ਕਰਾਮਾਤ ਨਾਮ ਕਹਿ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੀ ਕਰਾਮਾਤ ਕੋਈ ਸ਼ਕਤੀ ਵਿਖਾਉਣੀ ਆ ਨਾ ਇਹ ਤਮਾਸ਼ੇ ਅਸੀਂ ਨਹੀਂ ਤੁਹਾਡੇ ਅੱਗੇ ਕਰਾਂਗੇ।
ਅਸੀਂ ਪਾਤਸ਼ਾਹ ਨੂੰ ਤਮਾਸ਼ਾ ਵਿਖਾਈਏ, ਕੋਈ ਅਸੀਂ ਮਦਾਰੀ ਥੋੜਾ ਹੈ। ਅਸੀਂ ਕੋਈ ਕਹਿੰਦੇ ਵੀ ਇੱਥੇ ਮਦਾਰੀ ਦੀ ਨਿਆਈ ਤੁਹਾਡੇ ਕੋਲ ਕੋਈ ਕਰਾਮਾਤ ਵਿਖਾਉਣ ਵਾਸਤੇ ਥੋੜਾ ਆਏ ਹੈ। ਕਰਾਮਾਤ ਨਾਮ ਕਹਿ ਰਿਹਾ ਹੈ, ਕਰਾਮਾਤ ਵਿਖਾਉਣੀ ਇਹ ਜ਼ੁਲਮ ਕਰਨ ਦੇ ਬਰਾਬਰ ਹੈ। ਸੋ ਹਮ ਕਰਤੇ ਨਾਹੇ। ਇਹ ਮਹਾਰਾਜ ਕਹਿੰਦੇ ਅਸੀਂ ਤੇ ਨਹੀਂ ਕਰਨ ਲੱਗੇ ਭਾਈ, ਜਿੱਥੇ ਜ਼ੋਰ ਲੱਗਦਾ ਲਾ ਲਓ। ਅਸੀਂ ਕੋਈ ਤੁਹਾਨੂੰ ਸ਼ਕਤੀ ਏਦਾਂ ਨਹੀਂ ਵਿਖਾਵਾਂਗੇ ਤੁਹਾਡੇ ਕਹਿਣ ਤੇ। ਹਮਾਰੇ ਉੱਪਰ ਤੁਮ ਕਰੋ। ਤੇ ਬਾਕੀ ਇਹ ਗੱਲ ਹੈ ਵੀ ਅਸੀਂ ਰੱਬ ਦੇ ਬੰਦੇ ਆ, ਅਸੀਂ ਨਹੀਂ ਕਰਾਮਾਤ ਵਿਖਾਉਣੀ। ਪਰ ਦੂਜੀ ਔਰੰਗਜ਼ੇਬ ਦੇ ਕੋਲ ਕਰਾਮਾਤ ਹੈ ਵੀ ਉਹ ਆਪਣਾ ਹੁਕਮ ਚਲਾ ਸਕਦਾ। ਤੇ ਨਵੇਂ ਪਾਤਸ਼ਾਹ ਕਹਿੰਦੇ ਵੀ ਅਸੀਂ ਤਾਂ ਵਿਖਾਵਾਂਗੇ ਨਹੀਂ, ਪਰ ਜੇ ਸਾਡੇ ਉੱਤੇ ਤੁਸੀਂ ਕਹਿਰ ਢਾਓਗੇ, ਜ਼ੁਲਮ ਕਰੋਗੇ, ਉਹ ਤੋ ਪੁੱਛੇ ਖੁਦਾਏ। ਤੇ ਫਿਰ ਤੁਹਾਨੂੰ ਖੁਦਾ ਪੁੱਛੂਗਾ ਵੀ ਤੁਹਾਡੇ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਰੱਬ ਕਚਹਿਰੀ 'ਚ ਲੇਖਾ ਲਊਗਾ। ਇਹਦੇ ਗਿਰੇਬਾਨ ਤੋਂ ਫੜ ਕੇ ਫਿਰ ਪੁੱਛੇਗਾ ਵੀ ਦੱਸ ਵੀ ਤੂੰ ਆਪਣੀਆਂ ਬੜੀਆਂ ਸ਼ਕਤੀਆਂ ਵਿਖਾਉਂਦਾ ਸੀ, ਕਰਾਮਾਤਾਂ ਵਿਖਾਉਣਾ ਏ, ਇਹਦਾ ਹਿਸਾਬ ਕਹਿੰਦੇ ਫਿਰ ਰੱਬ ਲਵੇਗਾ। ਕਾਉ ਪਈ ਤਬੈ ਨਰੰਗ ਗੁੱਸਾ ਕੀਆ। ਆਏ ਤਾਂ ਸਾਧ ਸੰਗਤ ਜੀ, ਪਹਿਲਾਂ ਇਹ ਕਾਜੀ ਮੁਲਾਣਿਆਂ ਨਾਲ ਕੋਈ ਗੱਲਬਾਤ ਹੋਈ, ਫਿਰ ਅਖੀਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਕਚਹਿਰੀ 'ਚ ਵੀ ਲਿਆਂਦਾ ਗਿਆ ਸੀ। ਇਹਨੇ ਮਹਾਰਾਜ ਸਾਹਿਬ ਜੀ ਦੇ ਲਈ ਨਾ ਇੱਕ ਵੱਖਰੀ ਚੌਂਕੀ ਬਣਾਈ ਤੇ ਉੱਤੇ ਸਾਹਿਬਾਂ ਨੂੰ ਬਿਠਾਇਆ ਨਵੇਂ ਪਾਤਸ਼ਾਹ ਨਾਲ। ਕਹਿਣ ਲੱਗਾ ਮਹਾਰਾਜ ਜਿਹੜੇ ਥਾਂ ਤੇ ਤੁਸੀਂ ਬੈਠੇ ਪਤਾ ਹੈ ਕਿਹਦਾ ਸਥਾਨ ਹੈ? ਸਾਹਿਬ ਕਹਿੰਦੇ ਨਹੀਂ ਭਾਈ। ਤੇ ਕਹਿਣ ਲੱਗਾ ਮਹਾਰਾਜ ਇਹ ਮੇਰਾ ਜਿਹੜਾ ਗੁਰੂ ਹੈ ਨਾ, ਜਿਹੜਾ ਮੇਰਾ ਪੀਰ ਹੈ, ਇੱਥੇ ਕੇਵਲ ਉਹ ਬਹਿੰਦਾ ਹੈ। ਇਹਦੇ ਕਹਿਣ ਦਾ ਭਾਵ ਇਹ ਸੀ ਵੀ ਮੈਂ ਤੁਹਾਨੂੰ ਸਤਿਕਾਰ ਬੜਾ ਦਿੱਤਾ। ਕਹਿਣ ਲੱਗਾ ਪਾਤਸ਼ਾਹ ਇਹ ਜਿਹੜੇ ਹਿੰਦੂ ਨੇ ਨਾ, ਇਹ ਕਾਫਰ ਲੋਕ ਹੈ ਤੇ ਬੁੱਤ ਪੂਜਾ ਕਰਦੇ ਹੈ, ਤੇ ਮੈਂ ਚਾਹੁੰਦਾ ਹੈ ਵੀ ਇਹਨਾਂ ਨੂੰ ਇਸਲਾਮ ਦੇ ਵਿੱਚ ਲੈ ਆਵਾਂ। ਇਹ ਰੱਬ ਦੀ ਬੰਦਗੀ ਕਰ ਲੈਣਗੇ, ਮੈਂ ਇਹਨਾਂ ਦਾ ਭਲਾ ਚਾਹੁੰਦਾ। ਇਹ ਰੱਬ ਤੋਂ ਟੁੱਟੇ ਹੋਏ ਬੁੱਤ ਪੂਜਾ ਕਰਕੇ ਤੇ ਧੱਕੇ ਖਾ ਰਹੇ ਆ। ਇਹ ਸਾਰੇ ਹੀ ਜਿਹੜੇ ਆ ਦੋਜਕਾਂ ਦੀ ਅੱਗ ਵਿੱਚ ਸੜਨਗੇ। ਤੇ ਮਹਾਰਾਜ ਤੁਸੀਂ ਮੇਰਾ ਸਾਥ ਦਿਓ, ਕਿਉਂਕਿ ਤੁਸੀਂ ਹਿੰਦੂਆਂ ਦੀ ਮਦਦ ਕਰ ਰਹੇ ਹੋ। ਨਵੇਂ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਹਿੰਦੂਆਂ ਦੀ ਥੋੜਾ ਮਦਦ ਕਰਦੇ ਆ ਬਾਦਸ਼ਾਹ। ਜੇ ਜ਼ੁਲਮ ਮੁਸਲਮਾਨਾਂ ਦੇ ਹੋ ਰਿਹਾ ਹੁੰਦਾ ਤੇ ਅਸੀਂ ਉਹਨਾਂ ਦੀ ਵੀ ਬਾਂਹ ਫੜ ਲੈਣੀ ਸੀ। ਹੁਣ ਠੀਕ ਆ ਵੀ ਇਸ ਵੇਲੇ ਜ਼ੁਲਮ ਇਹਨਾਂ ਦੇ ਹੋ ਰਿਹਾ ਤੇ ਅਸੀਂ ਇਹਨਾਂ ਦੇ ਹੱਕ ਦੇ ਆ ਕੇ ਖਲੋ ਗਏ ਆ। ਕਹਿੰਦਾ ਮਹਾਰਾਜ ਜੀਓ ਮੈਂ ਦੋਵਾਂ ਤੋਂ, ਮੁਸਲਮਾਨ ਤੇ ਹਿੰਦੂਆਂ ਤੋਂ ਇੱਕ ਕਰਨਾ ਚਾਹੁੰਦਾ, ਤੁਸੀਂ ਮੇਰੀ ਮਦਦ ਕਰੋ। ਸਾਹਿਬ ਜੀ ਕਹਿੰਦੇ ਤੇਰੇ ਕੀਤਿਆਂ ਕੀ ਹੋਵੇਗਾ? ਕਹਿੰਦੇ ਹੋਣਾ ਤੇ ਉਹ ਹੈ ਜਿਹੜਾ ਖੁਦਾ ਨੂੰ ਭਾਉਂਦਾ, ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗੇਗਾ, ਗੱਲ ਤੇ ਉਹ ਅੱਗੇ ਰਹਿਣੀ ਹੈ। ਕਹਿੰਦਾ ਮਹਾਰਾਜ ਰੱਬ ਨੂੰ ਕੀ ਚੰਗਾ ਲੱਗਦਾ, ਕਿਵੇਂ ਪਤਾ ਲੱਗੇ? ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਵੇਖਣਾ ਚਾਹੁੰਦਾ ਹੈ ਵੀ ਖੁਦਾ ਨੂੰ, ਰੱਬ ਨੂੰ ਕੀ ਭਾਉਂਦਾ ਏ। ਤੇ ਕਹਿੰਦਾ ਮਹਾਰਾਜ ਵਿਖਾਓ। ਸਾਹਿਬ ਕਹਿੰਦੇ 5 ਮਣ ਕਾਲੀਆਂ ਮਿਰਚਾਂ ਲਿਆਂਦੀਆਂ ਗਈਆਂ ਬਾਹਰ ਦੂਰ, ਉਹਨੂੰ ਅੱਗ ਲਵਾਈ ਗਈ। ਜਦੋਂ ਸੜ ਕੇ ਬਿਲਕੁਲ ਸੁਆਹ ਹੋ ਗਈਆਂ, ਫਿਰ ਕਹਿੰਦੇ ਮਹਾਰਾਜ ਹੁਣ ਕੀ ਕਰਨਾ? ਕਹਿੰਦੇ ਵੀ ਕੱਪੜ ਛਾਣ ਕਰੋ। ਜਦੋਂ ਕੱਪੜ ਛਾਣ ਕੀਤਾ ਤੇ ਉਹਦੇ ਵਿੱਚ ਸਾਰੀ ਬਾਕੀ ਸੁਆਹ ਬਣ ਗਈ ਹੈ। 3 ਮਿਰਚਾਂ ਬਿਲਕੁਲ ਸਾਬਤ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਖਾਈਆਂ ਉਹ ਕਰਿੰਦਿਆਂ ਨੇ। ਮਹਾਰਾਜ 3 ਰਹਿ ਗਈਆਂ। ਸਾਹਿਬ ਕਹਿੰਦੇ ਆਪਣੇ ਬਾਦਸ਼ਾਹ ਨੂੰ ਵਿਖਾਓ। ਔਰੰਗਜ਼ੇਬ ਵੇਖ ਕੇ ਕਹਿਣ ਲੱਗਾ ਮਹਾਰਾਜ ਇਹਦਾ ਕੀ ਭਾਵ? ਸਾਹਿਬ ਕਹਿੰਦੇ ਇਹ ਖੁਦਾ ਦੀ ਮਰਜ਼ੀ ਹੈ। ਕਹਿੰਦਾ ਮਹਾਰਾਜ ਜੀ ਖੁਦਾ ਦੀ ਮਰਜ਼ੀ ਕੀ ਆ? ਮੈਨੂੰ ਸਮਝ ਨਹੀਂ ਆਈ। ਸਾਹਿਬ ਜੀ ਕਹਿੰਦੇ ਔਰੰਗਜ਼ੇਬ ਤੂੰ ਦੋਵਾਂ ਤੋਂ ਇੱਕ ਕਰਿਆ ਚਾਹੁੰਦਾ ਹੈ ਵੀ ਸਾਰੇ ਮੁਸਲਮਾਨ ਹੋਣ, ਇਹ ਖੁਦਾ ਦੀ ਮਰਜ਼ੀ ਇਹ ਹੈ। ਤੂੰ ਇੱਕ ਕਰਿਆ ਚਾਹੁੰਦਾ ਹੈ, ਉਹ ਤੇ ਤੀਸਰਾ ਵੀ, ਦੋਵਾਂ ਤੋਂ ਤੀਜਾ ਵੀ ਪੈਦਾ ਕਰਿਆ ਚਾਹੁੰਦਾ ਹੈ। ਉਹ ਤਾਂ ਤੀਸਰਾ ਬਣਾਉਣਾ ਚਾਹੁੰਦਾ। ਮਹਾਰਾਜ ਤੀਸਰਾ ਕੌਣ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੀਸਰਾ ਖਾਲਸਾ ਪੰਥ ਪ੍ਰਗਟ ਹੋਵੇਗਾ। ਤੂੰ ਇੱਕ ਚਾਹੁੰਦਾ ਹੈ ਪਰ ਮਾਲਕ ਤੀਜਾ ਖਾਲਸਾ ਵੀ ਪੈਦਾ ਕਰੇਗਾ। ਇਹ 3 ਮਿਰਚਾਂ ਤੋਂ ਭਾਵ ਇਹ ਹੈ। ਸਾਹਿਬਾਂ ਦਾ ਇਹ ਵਚਨ ਸੁਣ ਕੇ ਤੇ ਇਹ ਸੜ ਬਲ ਗਿਆ ਸਣ ਕੱਪੜੀ, ਬੜਾ ਦੁਖੀ ਹੋਇਆ ਵੀ ਮਹਾਰਾਜ ਸਾਹਿਬ ਜੀ ਮੇਰਾ ਵਚਨ ਨਹੀਂ ਮੰਨ ਰਹੇ। ਔਰੰਗਜ਼ੇਬ ਬੜਾ ਗੁੱਸੇ ਦੇ ਵਿੱਚ ਆਇਆ, ਬੜਾ ਕ੍ਰੋਧ ਦੇ ਵਿੱਚ ਆਇਆ। ਚਾਹਤ ਬਾਤਣ ਤੈ ਜੀਆ। ਕਹਿਣ ਲੱਗਾ ਮਹਾਰਾਜ ਤੁਸੀਂ ਗੱਲਾਂ ਬਾਤਾਂ ਦੇ ਨਾਲ ਆਪਣਾ ਖਹਿੜਾ ਛਡਾਉਣਾ ਚਾਹੁੰਦੇ ਹੋ ਵੀ ਨਾ ਕਰਾਮਾਤ ਵਿਖਾਉਣੀ ਪਵੇ, ਨਾ ਮੁਸਲਮਾਨ ਬਣਨਾ ਪਵੇ,
ਕਹਿੰਦੇ ਗੱਲਾਂ ਬਾਤਾਂ ਦੇ ਨਾਲ ਆਪਣੀ ਜਾਨ ਬਚਾਈ ਚਾਹੁੰਦੇ ਹੋ ਮੇਰੇ ਕੋਲੋਂ। ਕਹਤਾ ਹੋ ਤੂੰ ਮੁਸਲਮਾਨ। ਇਹ ਔਰੰਗਜ਼ੇਬ ਕਹਿਣ ਲੱਗਾ ਹੁਣ ਤੁਹਾਡੇ ਕੋਲ ਮਹਾਰਾਜ ਕੋਈ ਰਾਹ ਨਹੀਂ ਹੈ, ਜਾਂ ਤਾਂ ਤੁਸੀਂ ਇੱਥੇ ਹੁਣੇ ਹੀ ਮੁਸਲਮਾਨ ਬਣੋ ਕਲਮਾ ਪੜ੍ਹ ਕੇ, ਕਹਿ ਤਾਂ ਤੂੰ ਕਰ ਮਰਨ ਪਰਵਾਨ। ਤੇ ਜੇ ਮੁਸਲਮਾਨ ਨਹੀਂ ਬਣਨਾ ਤੇ ਫਿਰ ਮਰਨਾ ਪ੍ਰਵਾਨ ਕਰੋ, ਤੁਹਾਨੂੰ ਮੈਂ ਮਾਰ ਦਿਆਂਗਾ। ਮਾਰੋ ਮੁੰਦ ਤੋਏ ਕੱਚੇ ਜਾਨ। ਔਰੰਗਜ਼ੇਬ ਕਹਿਣ ਲੱਗਾ ਮਹਾਰਾਜ ਗਊ ਦਾ ਜਿਹੜੀ ਗਊ ਦੀ ਖੱਲ ਹੈ ਨਾ ਕੱਚੀ ਲਾਹ ਕੇ ਤੇ ਉਹਦੇ ਵਿੱਚ ਤੁਹਾਨੂੰ ਮੈਂ ਮੜ ਕੇ ਤੇ ਫੇਰ ਮਾਰਾਂਗਾ ਸਜ਼ਾ ਦੇ ਕੇ। ਤਾਰੋਂ ਧੂਪ ਤੋਏ ਮਦਦ ਰਾਮ। ਜਦੋਂ ਗਊ ਦੀ ਖੱਲ ਦੇ ਵਿੱਚ ਤੁਹਾਨੂੰ ਸੀ ਦਿੱਤਾ ਤੇ ਰੜੇ ਮੈਦਾਨ ਸਿੱਧਾ ਧੁੱਪ ਦੇ ਵਿੱਚ ਰੱਖਾਂਗਾ। ਜਿਉਂ-ਜਿਉਂ ਧੁੱਪ ਪਵੇਗੀ ਚਮੜਾ ਸੁੱਕੇਗਾ, ਜਿਉਂ-ਜਿਉਂ ਸੁੱਕੇਗਾ ਸੁੰਗੜੇਗਾ ਤੇ ਤੁਹਾਨੂੰ ਕਸ਼ਟ ਹੋਵੇਗਾ, ਦੁਖੀ ਹੋਵੋਗੇ। ਏਦਾਂ ਗਊ ਦੇ ਚਮੜੇ ਦੇ ਵਿੱਚ ਗਊ ਦੀ ਖੱਲ ਦੇ ਵਿੱਚ ਮੜ ਕੇ ਤੁਹਾਨੂੰ ਧੁੱਪੇ ਰੱਖ ਕੇ ਮੈਂ ਮਾਰ ਦਿਆਂਗਾ। ਜਿਮ ਜਿਮ ਤੁਮ ਮੈਂ ਧੂਪ ਸੁਕਾਏ। ਕਿਉਂਕਿ ਜਿਵੇਂ ਜਿਵੇਂ ਧੁੱਪ ਉਸ ਗਊ ਦੀ ਖੱਲ ਨੂੰ ਸੁਕਾਵੇਗੀ ਸੇਕ ਲੱਗੇਗਾ, ਤਿਮ ਤਿਮ ਤੁਮ ਕੋ ਮਿਲੇ ਸਜਾਏ। ਤੇਰੇ ਤੇ ਫਿਰ ਤੁਹਾਨੂੰ ਸਜ਼ਾ ਮਿਲੇਗੀ। ਫਿਰ ਮੇਰੀਆਂ ਗੱਲਾਂ ਚੇਤੇ ਆਉਣਗੀਆਂ ਵੀ ਔਰੰਗਜ਼ੇਬ ਦੀ ਗੱਲ ਮੰਨ ਕੇ ਤੇ ਮੁਸਲਮਾਨ ਬਣ ਜਾਂਦੇ। ਗੁਰੂ ਅਖਾਏ ਲੁੱਟ ਖਾਇਓ ਜਹਾਨ। ਜਿਵੇਂ ਸਰਕਾਰੀ ਬੰਦੇ ਸਾਧ ਸੰਗਤ ਹਮੇਸ਼ਾ ਧਰਮੀ ਬੰਦਿਆਂ ਨੂੰ ਮਾੜਾ ਚੰਗਾ ਬੋਲਦੇ ਆ, ਉਦੋਂ ਬੋਲਦੇ ਸੀ, ਉਹ ਤੋਂ ਪਹਿਲਾਂ ਬੋਲਦੇ ਸੀ ਤੇ ਅੱਜ ਵੀ ਬੋਲਦੇ ਆ। ਉਸੇ ਤਰ੍ਹਾਂ ਮਹਾਰਾਜ ਨੂੰ ਕਹਿਣ ਲੱਗਾ ਵੀ ਆਪਣੇ ਆਪ ਨੂੰ ਤੁਸੀਂ ਗੁਰੂ ਕਹਾਉਂਦੇ ਹੋ ਕਿ ਸਾਰਾ ਜਹਾਨ ਜਿਹੜਾ ਹੈ ਲੋਕਾਂ ਨੂੰ ਲੁੱਟ ਕੇ ਖਾ ਲਿਆ। ਆਪ ਹੋਵਤ ਨਹਿ ਕਿ ਮੁਸਲਮਾਨ। ਤੇ ਹੁਣ ਕਹਿੰਦੇ ਵੀ ਕਿਵੇਂ ਨਹੀਂ ਮੁਸਲਮਾਨ ਬਣਦੇ। ਮੈਂ ਵੀ ਵੇਖਣਾ ਵੀ ਮੁਸਲਮਾਨ ਕਿਉਂ ਨਹੀਂ ਬਣਦੇ। ਯਾ ਮੁਸਲਮਾਨ ਸਮਹਿੰਦਰ ਨਾਹੀ। ਕਹਿੰਦਾ ਵੀ ਤੁਸੀਂ ਜਿਹੜੇ ਅਸੀਂ ਮੁਸਲਮਾਨ ਹੈ ਇਹ ਮੁਸਲਮਾਨਾਂ ਨੂੰ ਹਿੰਦੂਆਂ ਦੇ ਬਰਾਬਰ ਨਹੀਂ ਸਮਝਦੇ, ਵੀ ਸਾਨੂੰ ਤੁਸੀਂ ਮਾੜਾ ਸਮਝਦੇ ਹੋ, ਸਾਨੂੰ ਨੀਚ ਸਮਝਦੇ ਹੋ। ਹਮਤੈ ਤੁਮ ਜਿਮ ਨੱਠ ਨੱਠ ਜਾਹੇ। ਸਾਡੇ ਕੋ ਤੇ ਮਹਾਰਾਜ ਜਿਵੇਂ ਤੁਸੀਂ ਨੱਠ ਨੱਠ ਕੇ ਜਾਂਦੇ ਹੋ, ਵੀ ਜਿਹੜੇ ਮੁਸਲਮਾਨ ਹੈ ਵੀ ਸਾਨੂੰ ਕਿਤੇ ਬੰਦੇ ਨਹੀਂ ਤੁਸੀਂ ਸਮਝਦੇ, ਵੀ ਜਿਹੜਾ ਕਹਿੰਦੇ ਅਸੀਂ ਨਹੀਂ ਮੁਸਲਮਾਨ ਬਣਨਾ ਤੇ ਸਾਡੇ ਕੋ ਨੱਠ ਨੱਠ ਕੇ ਜਾਂਦੇ ਹੋ ਵੀ ਕੀ ਮੁਸਲਮਾਨ ਹਿੰਦੂਆਂ ਦੇ ਨਾਲੋਂ ਮਾੜੇ ਹਨ। ਕਬ ਸਤ ਗੁਰ ਮਨ ਕੀਓ ਵਿਚਾਰ। ਜਦੋਂ ਔਰੰਗਜ਼ੇਬ ਨੇ ਕਿਹਾ ਵੀ ਜਾਂ ਤਾਂ ਮੁਸਲਮਾਨ ਬਣਨਾ ਮਨਜ਼ੂਰ ਕਰੋ ਤੇ ਨਹੀਂ ਤੇ ਤੁਹਾਨੂੰ ਮੈਂ ਕਤਲ ਕਰ ਦਿਆਂਗਾ, ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਦੀਆਂ ਗੱਲਾਂ ਸੁਣ ਕੇ ਤੇ ਵਿਚਾਰ ਕੀਤੀ ਮਨ ਦੇ ਅੰਦਰ। ਆਏ ਪੁੱਜਿਓ ਹੈ ਵਕਤ ਹਮਾਰਾ। ਸਾਹਿਬ ਜੀ ਕਹਿੰਦੇ ਵੀ ਵੈਸੇ ਵੀ ਸਾਡਾ ਜਿਹੜਾ ਸਰੀਰ ਦੇਹ ਦੇ ਤਿਆਗਣ ਦਾ ਸਮਾਂ ਨੇੜੇ ਆਣ ਪਹੁੰਚਿਆ ਹੈ, ਤੇ ਕਿਉਂ ਨਾ ਹੋਵੇ ਵੀ ਇਹ ਠੀਕਰਾ ਆਪਾਂ ਇਹਦੇ ਸਿਰ ਤੇ ਭੰਨ ਦਈਏ। ਕਿਉਂਕਿ ਜਦੋਂ ਮਾਤਾ ਨਾਨਕੀ ਜੀ ਨੇ ਫਿਕਰ ਕੀਤਾ ਤੇ ਮਾਤਾ ਗੁਜਰੀ ਜੀ ਨੇ ਫਿਕਰ ਕਰਕੇ ਇੱਕ ਸਿੱਖ ਭੇਜਿਆ ਸੀ ਅਨੰਦਪੁਰ ਸਾਹਿਬ ਤੋਂ ਦਿੱਲੀ। ਮਹਾਰਾਜ ਨੂੰ ਪੁੱਛਿਆ ਵੀ ਸਤਿਗੁਰੂ ਕੁਝ ਦੱਸ ਕੇ ਨਹੀਂ ਗਏ ਵੀ ਵਾਪਸ ਆਓਗੇ ਜਾਂ ਕੀ ਹੋਏਗਾ। ਤੇ ਮਹਾਰਾਜ ਜੀ ਨੇ ਉਥੋਂ ਕੋਤਵਾਲੀ ਦੇ ਵਿੱਚੋਂ ਹੀ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੀ ਪਹਿਲਾਂ ਪਰਖ ਕਰਕੇ ਕੁਝ ਸ਼ਲੋਕ ਲਿਖ ਕੇ ਤੇ ਫਿਰ ਸੰਗਤ ਨੂੰ ਉਪਦੇਸ਼ ਦਿੱਤਾ। ਜਿਹੜੇ ਭੋਗ ਦੇ ਸਮੇਂ ਆਪਾਂ ਸ਼ਲੋਕ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਰਵਣ ਕਰਦੇ ਹਾਂ, ਇਹ ਸਤਿਗੁਰਾਂ ਨੇ ਕੈਦ ਵਿੱਚ ਪਿੰਜਰੇ ਦੇ ਵਿੱਚ ਲਿਖੇ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਨਾਲ ਹੀ ਇਹ ਸ਼ਲੋਕ ਭੇਜੇ। ਗੁਰੂ ਗੋਬਿੰਦ ਸਿੰਘ ਜੀ ਨੂੰ ਗਰਿਆਈ ਭੇਜੀ ਤੇ ਸੁਨੇਹਾ ਇਹ ਭੇਜਿਆ ਵੀ ਜੇ ਅਸੀਂ ਆਨੰਦਪੁਰ ਸਾਹਿਬ ਹੁੰਦੇ ਤੇ ਸਰੀਰ ਤੇ ਅਸੀਂ ਫੇਰ ਵੀ ਤਿਆਗਣਾ ਹੀ ਸੀ, ਹੁਣ ਦਿੱਲੀ ਦੇ ਵਿੱਚ ਆ ਤੇ ਸਰੀਰ ਇੱਥੇ ਵੀ ਤਿਆਗਣਾ। ਫਰਕ ਇਹ ਹੈ ਵੀ ਇੱਥੇ ਅਸੀਂ ਸੁਭਾਵਿਕ ਤੌਰ ਤੇ ਤਿਆਗ ਕੇ ਜਾਂਦੇ, ਇੱਥੇ ਅਸੀਂ ਜਿਹੜਾ ਆਪਣਾ ਠੀਕਰਾ ਹੈ ਔਰੰਗਜ਼ੇਬ ਦੇ ਸਿਰ ਤੇ ਭੰਨ ਕੇ ਇਹਦੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਵੱਢ ਦੇਣੀਆਂ ਨੇ। ਏਦਾਂ ਔਰੰਗਜ਼ੇਬ ਦੀ ਸਭਾ ਵਿੱਚ ਮਹਾਰਾਜ ਸਾਹਿਬ ਜੀ ਵਿਚਾਰ ਕਰ ਰਹੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਚਾਰਿਆ ਵੀ ਹੁਣ ਸਾਡੇ ਸਰੀਰ ਦਾ ਸਮਾਂ ਤਾਂ ਨੇੜੇ ਆ ਹੀ ਗਿਆ ਏ। ਇਸੇ ਵਕਤ ਹਮ ਢੋਲ ਤੇ ਆਏ। ਵੀ ਇਹ ਸਮਾਂ ਤੇ ਅਸੀਂ ਲੱਭਦੇ ਸੀ ਵੀ ਆਨੰਦਪੁਰ ਵੀ ਚਾਲਾ ਮਾਰਨਾ ਹੀ ਸੀ, ਹੁਣ ਕਹਿੰਦੇ ਵੀ ਆਹ ਸਮਾਂ ਸਾਨੂੰ ਲੱਭ ਗਿਆ ਹੈ। ਵੇਖੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੇਣ ਲਈ ਤਿਆਰ ਹੋ ਰਹੇ ਨੇ, ਕਹਿੰਦੇ ਆਹ ਸਮਾਂ ਤੇ ਅਸੀਂ ਲੱਭਦੇ ਸਾਂ। ਉਹ ਵਕਤ ਹਮ ਭਇਓ ਲਭਾਏ। ਉਹ ਜਿਹੜਾ ਸਮਾਂ ਹੈ ਰੱਬ ਨੇ ਸਾਨੂੰ ਆਪ ਹੀ ਲਭਾਤਾ, ਕਹਿੰਦੇ ਉਹ ਸਮਾਂ ਮਿਲ ਗਿਆ ਹੈ ਸਾਨੂੰ। ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ। ਏਦਾਂ ਦੇ ਜਿਹੜੇ ਬਚਨ ਸਨ ਗੁਰੂ ਤੇਗ ਬਹਾਦਰ ਸਾਹਿਬ ਦੇ
ਮਹਾਰਾਜ ਨੇ ਇਹੀ ਲਿਖ ਕੇ ਭੇਜੇ ਸੀ ਆਨੰਦਪੁਰ ਵੀ ਚਿੰਤਾ ਤਾਂ ਕੀ ਕੀਜੀਏ। ਕਹਿੰਦੇ ਚਿੰਤਾ ਫਿਕਰ ਉਸ ਗੱਲ ਦਾ ਕਰਨਾ ਚਾਹੀਦਾ ਏ ਜੋ ਅਣਹੋਣੀ ਹੋਏ। ਜੇ ਕਹਿੰਦੇ ਵੀ ਅਣਹੋਣੀ ਬਾਤ ਹੋ ਰਹੀ ਹੋਵੇ, ਜਿਹੜੀ ਗੱਲ ਪਹਿਲਾਂ ਕਦੀ ਨਾ ਹੋਈ ਹੋਵੇ, ਵੀ ਪਹਿਲਾਂ ਕੋਈ ਜੇ ਚੜ੍ਹਾਈ ਨਾ ਕੀਤਾ ਹੋਵੇ ਤੇ ਫੇਰ ਆਖੀਏ ਵੀ ਇਹ ਸਾਡਾ ਕਿਉਂ ਕਰ ਚੱਲਿਆ। ਸਾਹਿਬ ਕਹਿੰਦੇ ਵੀ ਜਿਹੜੀ ਗੱਲ ਹੋਣ ਵਾਲੀ ਆ ਉਹਦੀ ਚਿੰਤਾ ਨਹੀਂ ਕਰਨੀ ਚਾਹੀਦੀ। ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਕਿਉਂਕਿ ਜਿਹੜਾ ਇਹ ਸੰਸਾਰ ਹੈ ਨਾ, ਇਹ ਇੱਕ ਰਾਹ ਦੀ ਨਿਆਈ ਹੈ। ਤੇ ਜਿਵੇਂ ਰਸਤੇ ਦੇ ਵਿੱਚ ਕੋਈ ਟਿਕ ਕੇ ਥੋੜਾ ਰਹਿੰਦਾ, ਹੁਣ ਆਪਾਂ ਦਿੱਲੀ ਜਾਣਾ ਹੋਵੇ ਤੇ ਆਪਾਂ ਇੱਥੇ ਰਾਹ ਦੇ ਵਿੱਚ ਜਾ ਕੇ ਕੋਠਾ ਪਾ ਕੇ ਥੋੜਾ ਰਵਾਂਗੇ। ਉਹ ਤੁਰੇ ਹੀ ਜਾਵਾਂਗੇ ਤੇ ਫੇਰ ਮੰਜ਼ਿਲ ਸਾਹਿਬ ਸੰਗਤ ਮਿਲੇਗੀ ਨਾ। ਇਦਾਂ ਹੀ ਇਹ ਸੰਸਾਰ ਮਾਨੋ ਵੀ ਇੱਕ ਰਸਤਾ ਹੈ, ਇੱਕ ਮਾਰਗ ਹੈ, ਤੇ ਇਸ ਮਾਰਗ ਤੇ ਚੱਲਣਾ ਪੈਂਦਾ ਸਾਰਿਆਂ ਨੂੰ। ਕੋਈ ਠਹਿਰ ਨਹੀਂ ਸਕਦਾ, ਕੋਈ ਰੋਕ ਨਹੀਂ ਸਕਦਾ। ਹੁਣੇ ਕੋਈ ਜੀਡੀ ਰੋਡ ਦੇ ਵਿੱਚ ਜਾ ਕੇ ਘਰ ਬਣਾਉਣ ਦੇਣਗੇ, ਆਖਣਗੇ ਵੀ ਇਹ ਸੜਕ ਚੱਲਣ ਵਾਸਤੇ ਹੈ, ਇਹ ਰਹਿਣ ਵਾਸਤੇ ਨਹੀਂ ਹੈ। ਇਦਾਂ ਹੀ ਇਹ ਸੰਸਾਰ ਇੱਕ ਮਾਰਗ ਹੈ, ਇੱਕ ਰਸਤਾ ਹੈ, ਇੱਕ ਰਾਹ ਹੈ, ਇੱਕ ਜੀਡੀ ਰੋਡ ਹੈ, ਤੇ ਇਹਦੇ ਉੱਤੇ ਕੋਈ ਟਿਕ ਕੇ ਨਹੀਂ ਰਹਿ ਸਕਦਾ। ਤਬ ਸਤਿਗੁਰ ਜੀ ਜਾਣਿਓ। ਤਦੋਂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜਾਣ ਲਿਆ ਸਾਰੇ ਭਵਿੱਖ ਦੇ ਬਚਨ ਨੂੰ। ਸਮਾਂ ਪਹੁੰਚਿਓ ਆਏ। ਵੀ ਸਾਡਾ ਸੱਚਖੰਡ ਜਾਣ ਦਾ ਜਿਹੜਾ ਸਮਾਂ ਹੈ ਉਹ ਨੇੜੇ ਆਣ ਪਹੁੰਚਿਆ ਏ। ਉਹ ਅਬ ਢੀਲ ਨਾ ਚਾਹੀਏ। ਇਸ ਕਰਕੇ ਉਹ ਢਿੱਲ ਨਹੀਂ ਕਰਨੀ ਚਾਹੀਦੀ, ਸੱਚਖੰਡ ਨੂੰ ਚਾਲਾ ਮਾਰ ਦੇਣਾ ਚਾਹੀਏ। ਸਿਰ ਸੀਸ ਲਗਾਏ। ਇਹ ਜਿਹੜਾ ਸਾਡਾ ਸਿਰ ਹੈ, ਸੀਸ ਹੈ, ਇਹ ਔਰੰਗੇ ਦੇ ਸਿਰ ਤੇ ਲਾ ਦਈਏ। ਇਹ ਠੀਕਰਾ ਜਿਹੜਾ ਹੈ ਨਾ, ਇਹ ਮਹਾਰਾਜ ਜੀ ਕਹਿੰਦੇ ਵੀ ਔਰੰਗਜ਼ੇਬ ਦੇ ਸਿਰ ਤੇ ਭੰਨ ਦਈਏ। ਇਹ ਸਾਡੇ ਸਰੀਰ ਦੇ ਤਿਆਗਣ ਦਾ ਸਾਰਾ ਦੋਸ਼ ਜਿਹੜਾ ਹੈ ਔਰੰਗਜ਼ੇਬ ਪਾਪੀ ਨੂੰ ਲੱਗੇ, ਜਿਸ ਕਰਕੇ ਇਹਦੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟੀਆਂ ਜਾਣ। ਜਾਓ ਪਈ ਤਬ ਸਤਿਗੁਰ ਨੇ ਐਸ ਉਚਾਰਾ। ਧੰਨ ਗੁਰੂ ਤੇਗ ਬਹਾਦਰ ਜੀ ਨੇ ਏਦਾਂ ਵਿਚਾਰ ਕਰਕੇ ਤੇ ਫਿਰ ਔਰੰਗਜ਼ੇਬ ਨੂੰ ਏਦਾਂ ਪਾਤਸ਼ਾਹ ਜੀ ਕਹਿਣ ਲੱਗੇ, ਹਮਾਰਾ ਇਸ਼ਟ ਦੇਖੋ ਤੁਮ ਭਾਰਾ। ਕਹਿਣ ਲੱਗੇ ਔਰੰਗਿਆ ਫਿਰ ਵੇਖਣਾ ਚਾਹੁੰਦਾ ਵੀ ਸਾਡਾ ਮਾਲਕ ਕਿੱਡਾ ਕੁ ਹੈ। ਕਹਿੰਦੇ ਸਾਡਾ ਮਾਲਕ ਸਤਿਗੁਰੂ ਨਾਨਕ ਦੇਵ ਮਹਾਰਾਜ ਬੜਾ ਭਾਰੀ ਇਸ਼ਟ ਹੈ। ਤੇ ਜੇ ਤੂੰ ਹੁਣ ਸਾਡੇ ਸਤਿਗੁਰਾਂ ਦੀ, ਸਾਡੇ ਮਾਲਕ ਦੀ ਤਾਕਤ ਵੇਖਣੀ ਚਾਹੁੰਦਾ ਹੈ ਤਾਂ ਤਿਆਰ ਹੋ ਜਾ। ਕਰਾਮਾਤ ਹਮ ਐਸੇ ਦਿਖਾਈ। ਇਹਦੇ ਵੀ ਬੜੇ ਦਿਨ ਹੋ ਗਏ ਆ ਦਿੱਲੀ ਵਿੱਚ ਸਾਨੂੰ ਆਇਆ ਨੂੰ, ਤੇ ਇੱਕੋ ਰੱਟ ਲਾਈ ਹੈ ਨਾ ਜੀ, ਵਿਖਾਓ ਜੀ ਕਰਾਮਾਤ, ਵਿਖਾਓ ਜੀ ਸ਼ਕਤੀ, ਵਿਖਾਓ। ਸਾਹਿਬ ਕਹਿੰਦੇ ਫਿਰ ਤੈਨੂੰ ਹੁਣ ਅਸੀਂ ਇਹੋ ਜੀ ਕਰਾਮਾਤ ਵਿਖਾਵਾਂਗੇ। ਹਮਾਰਾ ਸਿਰ ਤੋਂ ਪਾਵੈ ਨਾਹੀ। ਸਤਿਗੁਰੂ ਜੀ ਕਹਿੰਦੇ ਵੀ ਸਾਡੇ ਸੀਸ ਦੇ ਉੱਤੇ ਤਲਵਾਰ ਚਲਾ ਕੇ ਵੇਖ ਲਾ, ਸਾਡਾ ਸਿਰ ਨਹੀਂ ਤੈਨੂੰ ਲੱਭੇਗਾ, ਤੂੰ ਪ੍ਰਾਪਤ ਨਹੀਂ ਕਰੇਗਾ, ਸਾਡਾ ਸੀਸ ਤੂੰ ਨਹੀਂ ਪ੍ਰਾਪਤ ਕਰ ਸਕੇਗਾ। ਹਮਾਰੇ ਸਿਰ ਕੋ ਤੇਗ ਲਗਈਐ। ਸਾਡੇ ਸੀਸ ਦੇ ਉੱਤੇ ਤੇਗ ਲਗਾ ਕੇ ਵੇਖ, ਤੇਗ ਦਾ ਵਾਰ ਇਸ ਤੇਗ ਬਹਾਦਰ ਦੇ ਕਹਿੰਦੇ ਉੱਪਰ ਕਰਕੇ ਤਾਂ ਵੇਖ, ਤੈਨੂੰ ਸਾਡਾ ਸੀਸ ਨਹੀਂ ਲੱਭੇਗਾ, ਸਾਡਾ ਸੀਸ ਤੂੰ ਪ੍ਰਾਪਤ ਨਹੀਂ ਕਰ ਸਕੇਗਾ। ਇਹ ਵੇਖੋ ਸਾਧ ਸੰਗਤ, ਕਰਾਮਾਤ ਵੀ ਵਿਖਾ ਦੀ ਤੇ ਕਰਾਮਾਤ ਮਹਾਰਾਜ ਨੇ ਵਿਖਾਈ ਵੀ ਨਾ। ਸਾਹਿਬ ਜੀ ਕਹਿਣ ਲੱਗੇ ਔਰੰਗਿਆ ਤੂੰ ਸਾਡਾ ਸੀਸ ਨਹੀਂ ਲੱਭ ਸਕੇਗਾ, ਵੇਖ ਲਾ ਪ੍ਰਤਿਆਗ ਕੇ। ਕਟੈ ਨਾ ਸੋ ਕਰਾਮਾਤ ਦਿਖਾਈਐ। ਤੇ ਦੇਖੇਗਾ ਤੂੰ ਵੀ ਸਾਡਾ ਜਿਹੜਾ ਸੀਸ ਹੈ ਤੇਰੀ ਕਿਰਪਾਨ ਕੱਟ ਵੀ ਨਹੀਂ ਸਕੇਗੀ। ਨਾ ਮਹਾਰਾਜ ਕਹਿੰਦੇ ਸਾਡਾ ਸੀਸ ਤੈਨੂੰ ਲੱਭੇਗਾ, ਤੇ ਨਾ ਤੇਰੀ ਜਿਹੜੀ ਤੇਗ ਹੈ, ਤਲਵਾਰ ਹੈ, ਉਹ ਸਾਡਾ ਸੀਸ ਕੱਟ ਸਕੇਗੀ। ਤਲਵਾਰ ਤਿੱਖੀ ਕੋ ਲਿਆਇਓ ਬੇਸ। ਸਾਹਿਬ ਜੀ ਕਹਿਣ ਲੱਗੇ ਨਹੀਂ ਯਕੀਨ ਤਾਂ ਜਾ, ਕੋਈ ਤਿੱਖੀ ਤਲਵਾਰ ਲਿਆ, ਕੋਈ ਤਲਵਾਰ ਚਲਾਉਣ ਵਾਲਾ ਜਲਾਦ ਲੈ ਕੇ ਆ, ਵੀ ਜਿਹੜਾ ਪਹਿਲਾਂ ਵੀ ਕਈਆਂ ਦੇ ਉੱਤੇ ਵਾਰ ਕਰ ਚੁੱਕਾ ਹੋਵੇ। ਇਹੋ ਜਿਹਾ ਮਹਾਰਾਜ ਸਾਹਿਬ ਜੀ ਕਹਿੰਦੇ ਜਲਾਦ ਲੈ ਕੇ ਆ ਤੇ ਸਾਡੇ ਸੀਸ ਤੇ ਵਾਰ ਕਰਕੇ ਵੇਖ। ਚੱਲ ਭਇਓ ਤਿਸ ਜੋ ਕਟਤ ਹਮੇਸ਼। ਆ ਜਿਹੜੀ ਤੇਰੀ ਜ਼ੁਲਮ ਦੀ ਤੇਗ ਤਲਵਾਰ ਚੱਲਦੀ ਆ, ਲੋਕਾਂ ਦੇ ਕਿੰਨੇ ਲੋਕਾਂ ਦੇ ਜ਼ੁਲਮ ਕਰ ਰਹੀ ਆ ਤੇਰੀ ਤੇਗ। ਜਿਹੜਾ ਜਲਾਦ ਤੇਰੇ ਕਹਿਣ ਤੇ ਪਹਿਲਾਂ ਕਈਆਂ ਦੇ ਜ਼ੁਲਮ ਕਰ ਚੁੱਕਾ ਹੋਵੇ, ਸਾਹਿਬ ਜੀ ਕਹਿੰਦੇ ਉਹਨੂੰ ਸੱਦ। ਔਰੰਗੇ ਨੂੰ ਜਦੋਂ ਮਹਾਰਾਜ ਸਾਹਿਬ ਜੀ ਨੇ ਏਦਾਂ ਕਿਹਾ, ਇਹਨੇ ਉਸੇ ਵੇਲੇ ਹੁਕਮ ਸੁਣਾ ਦਿੱਤਾ ਵੀ ਇਹਨਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਇਹਨਾਂ ਦੇ ਨਾਲ ਦੇ ਸਿੱਖਾਂ ਦੇ ਸਮੇਤ ਕਹਿੰਦੇ ਵੀ ਸ਼ਹੀਦ ਕਰ ਦਿੱਤਾ ਜਾਵੇ। ਜਲਾਲੁਦੀਨ ਜਲਾਦ ਸਾਧ ਸੰਗਤ ਸਮਾਣੇ ਦੇ ਰਹਿਣ ਵਾਲਾ, ਇਹਦੀ ਡਿਊਟੀ ਲੱਗੀ ਵੀ ਤੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸੀਸ ਹੈ ਉਹ ਧੜ ਦੇ ਨਾਲੋਂ ਅਲੱਗ ਕਰਨਾ ਏ। ਐਸੇ
ऐसे बचन कह गुर बैठे चौकी नाए। पहला हुक्म ये हो गया भी एक इन्होंने सलाह की भी गुरु तेग बहादुर साहब जी इत्थे गल्लां ही कर रहे अजे भी असीं नहीं मौत तो डरदे। कहंदे जदों मौत नेड़ेओं वेखीए ते फिर बंदा डर जांदा ते क्यों ना करिए भी जिहड़े आ इन्हां दे नाल सिख है भी पहलां इन्हां नूं शहीद करिए ते जे उन्हां नूं वेख के डर जाणगे महाराज साडी गल मन लैणगे साडी जिੱਤ हो जाएगी। जे नहीं मनणगे ते फिर मगरों इन्हां नूं भी शहीद कर देंगे। ਇਹ ਤਾਂ ਸ਼ਬਦ ਕੁਝ ਹੋਰ ਵਰਤਦੇ ਹੋਣਗੇ ਨਾ ਵੀ ਮਾਰ ਦੇਾਂਗੇ ਜਾਂ ਖਤਮ ਕਰ ਦੇਾਂਗੇ। ਮਹਾਰਾਜ ਸਾਹਿਬ ਜੀ ਦਾ ਪਿੰਜਰਾ ਉਹਦੇ ਸਾਹਮਣੇ ਲੈ ਕੇ ਆਏ ਸਿੱਖਾਂ ਨੂੰ। ਭਾਈ ਮਤੀ ਦਾਸ ਜੀ ਨੂੰ ਸਾਧ ਸੰਗਤ ਜੀ ਫੱਟੀਆਂ ਦੇ ਵਿੱਚ ਜੜਿਆ ਗਿਆ ਲੱਕੜਾਂ ਦੇ ਵਿੱਚ ਮਹਾਰਾਜ ਦੇ ਸਿੱਖ ਨੂੰ ਜਿਹੜਾ ਹੈ ਨਾ ਇਹ ਚੀਰਨ ਦੇ ਵਾਸਤੇ ਹੁਕਮ ਹੋਇਆ ਔਰੰਗਜ਼ੇਬ ਦਾ ਵੀ ਸਿਰ ਤੋਂ ਲੈ ਕੇ ਪੈਰਾਂ ਤੀਕਰ ਚੀਰ ਕੇ ਆਰੇ ਦੇ ਨਾਲ ਇਹਨਾਂ ਦੇ ਦੋ ਟੁਕੜੇ ਕਰ ਦਿਓ। ਜਦੋਂ ਭਾਈ ਮਤੀ ਦਾਸ ਜੀ ਨੂੰ ਇਦਾਂ ਸ਼ਹੀਦ ਕਰਨ ਲੱਗੇ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਆਪ ਵੀ ਚੱਲ ਕੇ ਉੱਥੇ ਆਇਆ। ਇਹਨੇ ਪਹਿਲਾਂ ਇੱਕ ਸਵਾਲ ਕੀਤਾ ਪੁੱਛਿਆ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਕਿਉਂ ਆਪਣੀ ਜਾਨ ਗਵਾਉਣ ਲੱਗਾ ਏ ਜੇ ਤੂੰ ਮੇਰੀ ਗੱਲ ਮੰਨੇ ਮਤੀ ਦਾਸ ਮੁਸਲਮਾਨ ਬਣ ਜਾ मैं तेनों अपनिया धियां दे डोले देंगा नवाबियां बख्श देंगा। ये गल सुन के भाई मती दास जी साध संगत कहते हस पे मुस्कराए। औरंगजेब कहन लगा भी हसिया क्यों? कहता हसिया मैं तां आ भी मैं गुरु तेग बहादुर साहब जी का गरीब जिहा सिख मेरी की पाया ते मैं गुरु तेग बहादुर साहब महाराज का गरीब सिख तू हिंदुस्तान का बादशाह वेख मेरे पातशाह दे सिखी दे विच किड्डी ताकत है किड्डी करामात है भी हिंदुस्तान का बादशाह गुरु नानक दे गरीब सिखां नूं अपनियां धीआं दे डोले देण नूं तैयार है। ते जिस गुरु नानक साहब दे सिख नूं ओहदा धर्म छडाउण दे लई तू धीआं दे डोले देण नूं तैयार है वो मेरे पातशाह दा धर्म किड्डा महान होवेगा। इस करके औरंगजेब मैं अपने सतगुरु साहब जी का धर्म नहीं त्यागांगा। इन्हें गुस्से दे विच कहा भी इनू दो फाड़ कर दिओ। आरा चलन लगा कहन लगे कोई आखिरी इच्छा होवे ते भाई मती दास जी कहन लगे हाँ एक इच्छा है मेरे शीश उत्ते जदों चले आरा मेरा मुख गुर पिंजरे वल होवे जलादा जदों मेरे सिर ते आरा चलावे ते मेरा मुख मेरे गुरु तेग बहादुर साहब जी वल होवे मैं आखिरी साहां तीकर अपने पातशाह दे दीदारे करया चाहुंदा हां। महाराज साहब जी दे सिख भाई मती दास दे शीश ते आरा चलना शुरू होया। जदों आरा रखिया जलादा ने ते मुखों सिख ने एक ओंकार कह के जप साहब दा पाठ आरंभ कर दिता है। आरा चलता गया ते जदों चलदे भाई मती दास जी दे आवाज आ रही सी पंच प्रवान पंच प्रधान पंचे पावै दरगह मान। इस तरह जदों इस पौड़ी ते पहुंचे ते सिर तो लैके पैरां तीकर सारा शरीर दो हिस्सियां दे विच कट्टिया गया पर जिन्ना च जपजी साहब दे पाठ की समाप्ति नहीं हुई शरीर दे दोवां टुकड़ियां दे विचों जपजी साहब दे पाठ की धुनी आवाज आउंदी रही जिन्हों वेख करके जलाद भी हैरान रह गए। ते पूरा जपजी साहब का पाठ भाई मती दास दे शरीर दे विचों होया। जदों भाई साहब जी शहीदी पा गए भाई दयाले जी वाले ने निगाह की यही सवाल किए पर गुरु के सिख तो होर पक्के हो गए भी भाई मती दास नहीं डोलिया तो मैं क्यों डोला। कहते देग दे विचों बाहर उबलदे पानी च भाई दयाले जी ने गुरु तेग अर्जन देव महाराज का ध्यान धारिया। जोत तो भावें एक है भी सतगुरु तुसी भी किसी समय देगां दे विच उबाले खाधे सी हुण मैनूं अपने सिख नूं भी सिदक बख्शिओ भी पातशाह जी मैं भी अपनी सिखी निभा जावां। देग दे विच उबालिया गया कहंदे जिस तरह उबल उबल के पानी दे विच जिहड़ा आलू खुर जाता है ना ये भाई साहब के शरीर का मास जिहड़ा है उबल गया हड्ड वखरे हो गए
ਬਾਕੀ ਸਾਰੀ ਚਮੜੀ ਤੇ ਮਿੱਝ ਲਹੂ ਆਦਿਕ ਪਾਣੀ ਦੇ ਵਿੱਚ ਘੁਲ ਗਈ। ਭਾਈ ਦਿਆਲਾ ਜੀ ਸ਼ਹੀਦੀ ਪਾ ਗਏ। ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ। ਇਸੇ ਤਰ੍ਹਾਂ ਭਾਈ ਸਤੀ ਰਾਮ ਜੀ ਨੂੰ ਲੂਣ ਦੇ ਨਾਲ ਲਪੇਟ ਕਰਕੇ ਜਿਉਂਦਿਆਂ ਸਾੜ ਕੇ ਸ਼ਹੀਦ ਕੀਤਾ। ਜਦੋਂ ਵੇਖਿਆ ਵੀ ਸਿੱਖ ਨਹੀਂ ਡੋਲੇ, ਮਹਾਰਾਜ ਸਾਹਿਬ ਨੂੰ ਪੁੱਛਿਆ ਹੁਣ ਦੱਸੋ। ਸਾਹਿਬ ਕਹਿੰਦੇ ਜਿਹੜਾ ਜਵਾਬ ਸਾਡਾ ਪਰਸੋਂ ਸੀ, ਜਿਹੜਾ ਜਵਾਬ ਸਾਡਾ ਕੱਲ ਸੀ, ਜਿਹੜਾ ਜਵਾਬ ਸਾਡਾ ਅੱਜ ਸਵੇਰੇ ਸੀ, ਹੁਣ ਵੀ ਸਾਡਾ ਉਹੀ ਜਵਾਬ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਹੋਇਆ। ਚਾਂਦਨੀ ਚੌਕ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ, ਇੱਥੇ ਖੂਹੀ ਸੀ। ਮਹਾਰਾਜ ਜੀ ਨੇ ਇਸ਼ਨਾਨ ਕੀਤਾ ਤੇ ਬੋਹੜ ਦੇ ਥੱਲੇ ਬਹਿ ਕੇ ਮਹਾਰਾਜ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਜਲਾਲੁਦੀਨ ਜਲਾਦ ਨੂੰ ਪਹਿਲਾਂ ਹੀ ਮਹਾਰਾਜ ਨੇ ਕਹਿ ਦਿੱਤਾ ਸੀ, ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰ ਲਈਏ ਤੂੰ ਉਦੋਂ ਸਾਡੇ ਸਿਰ ਦੇ ਉੱਤੇ ਆਪਣਾ ਤੇਗ ਦਾ ਤਲਵਾਰ ਦਾ ਵਾਰ ਕਰਨਾ ਹੈ, ਉਹ ਤੋਂ ਪਹਿਲਾਂ ਨਾ ਕਰੀਂ। ਇਹ ਨਵੇਂ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਆਰੀ ਕੀਤੀ ਹੈ। ਐਸੇ ਐਸੇ ਬਚਨ ਕਹੈ ਗੁਰ ਬੈਠੇ ਚੌਂਕੀ ਨਹਾਏ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਹੇ, ਸਾਹਿਬਾਂ ਨੂੰ ਸ਼ਹੀਦ ਕਰਨ ਦਾ ਹੁਕਮ ਹੋਇਆ। ਇਸ਼ਨਾਨ ਕਰਕੇ ਗੁਰੂ ਤੇਗ ਬਹਾਦਰ ਜੀ ਚੌਂਕੜਾ ਮਾਰ ਕੇ ਰੁੱਖ ਦੇ ਹੇਠਾਂ ਬੈਠ ਗਏ। ਏਕ ਲਗਵਾਈ ਸੀਸ ਨਿਜ ਐਸੇ ਛਲ ਕੇ ਦਾਏ। ਜਦੋਂ ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਤੇ ਕਹਿੰਦੇ ਮਹਾਰਾਜ ਜੀ ਨੇ ਉਦੋਂ ਮੁਸਕਰਾਏ। ਇਤਿਹਾਸਕਾਰ ਲਿਖਦੇ ਆ, ਕਹਿੰਦੇ ਨਾਵੇਂ ਪਾਤਸ਼ਾਹ ਕਦੀ ਹੱਸੇ ਨਹੀਂ ਸੀ, ਗੰਭੀਰ ਰਹਿੰਦੇ ਹੁੰਦੇ ਸਨ। ਤੇ ਉਹ ਹੱਸੇ ਕਿਉਂ? ਉਹਨਾਂ ਦੇ ਉਹਦੇ ਵਿੱਚ ਅਰਥ ਕੱਢੇ ਵੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਹੋਣ ਵੀ ਤੇਗ ਨੂੰ ਤੇਗ ਦਾ ਕੀ ਡਰ। ਕਹਿੰਦੇ ਮੈਂ ਉਹ ਤੇਗ ਆ ਜਿਹੜਾ ਇਹ ਔਰੰਗਜ਼ੇਬ ਦੀਆਂ ਜ਼ੁਲਮੀ ਰਾਜ ਦੀਆਂ ਤੇਗਾਂ ਨੂੰ ਖੁੰਡੀਆਂ ਕਰ ਦੇਵੇਗਾ। ਇਹਨੇ ਕਿਹਾ ਸੀ ਵੀ ਤੇਗ ਬਹਾਦਰ ਦਾ ਕੀ ਅਰਥ? ਮਹਾਰਾਜ ਸਾਹਿਬ ਜੀ ਕਹਿਣ ਲੱਗੇ ਤੇਗ ਚਲਾ ਕੇ ਵੇਖ, ਇਸ ਤੇਗ ਬਹਾਦਰ ਦਾ ਸਿਰ ਤੇਰੀ ਤੇਗ ਨਹੀਂ ਕੱਟ ਸਕੇਗੀ। ਸੀਸ ਸਾਡਾ ਮਹਾਰਾਜ ਕਹਿੰਦੇ ਤੈਨੂੰ ਲੱਭਿਆ ਵੀ ਪ੍ਰਾਪਤ ਨਹੀਂ ਹੋਵੇਗਾ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਨਾਵੇਂ ਪਾਤਸ਼ਾਹ ਨੇ ਐਸਾ ਸਾਕਾ ਵਰਤਾਇਆ। ਚਾਂਦਨੀ ਚੌਕ ਦੇ ਵਿੱਚ 1732 ਬਿਕਰਮੀ ਸੰਮਤ ਮਾਘ ਸੁਦੀ ਪੰਚਮੀ ਦੇ ਦਿਹਾੜੇ ਦੁਪਹਿਰਾਂ ਦਾ ਸਮਾਂ ਏ। ਜਲਾਲੁਦੀਨ ਜਲਾਦ ਨੇ ਮਹਾਰਾਜ ਦੇ ਸੀਸ ਤੇ ਵਾਰ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹੋਰਾਂ ਦਾ ਧਰਮ ਰੱਖਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ। ਜਾਓ ਕੋਈ ਸੀਸ ਦਿਓ ਪਰ ਸਿਰ ਨਾ ਦਿਓ। ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਐਸੀ ਕੌਤਕ ਕਰਕੇ ਐਸੀ ਖੇਡ ਵਿਖਾਈ ਵੀ ਆਪਣਾ ਸੀਸ ਦੇ ਦਿੱਤਾ, ਪਰ ਮਹਾਰਾਜ ਨੇ ਆਪਣਾ ਸਿਦਕ ਨਹੀਂ ਦਿੱਤਾ, ਆਪਣਾ ਧਰਮ ਨਹੀਂ ਹਾਰਿਆ, ਆਪਣਾ ਮਹਾਰਾਜ ਸਾਹਿਬ ਜੀ ਨੇ ਸਿਦਕ ਨਾ ਗਵਾਇਆ। ਆਪਣੋ ਧਰਮ ਕਰਮ ਰੱਖ ਲਿਓ। ਆਪਣਾ ਧਰਮ ਤੇ ਆਪਣਾ ਕਰਮ ਦੋਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਬਤ ਰੱਖ ਲਏ। ਧਰਮ ਕੱਚਾ ਤੇ ਸਰੀਰ ਬਚਾਇਓ। ਇੱਕ ਤਾਂ ਜਿਹੜਾ ਔਰੰਗਾ ਕਹਿੰਦਾ ਸੀ ਗਊ ਦੇ ਖਲ ਦੇ ਵਿੱਚ ਤੁਹਾਨੂੰ ਮੜ ਕੇ ਤੇ ਧੁੱਪੇ ਰੱਖਾਂਗਾ, ਮਹਾਰਾਜ ਨੇ ਉਹ ਤੋਂ ਆਪਣਾ ਸਰੀਰ ਬਚਾ ਲਿਆ। ਰੁਕਣ ਕੈ ਸਿਰ ਸੀਸ ਲਗਾਇਓ। ਤੇ ਦੂਸਰਾ ਮਹਾਰਾਜ ਨਾਵੇਂ ਪਾਤਸ਼ਾਹ ਨੇ ਆਪਣਾ ਜਿਹੜਾ ਸੀਸ ਸੀ ਉਹ ਤੁਰਕਾਂ ਦੇ ਸਿਰ ਔਰੰਗਜ਼ੇਬ ਦੇ ਸਿਰ ਲਾ ਦਿੱਤਾ। ਭਾਵ ਮਹਾਰਾਜ ਨੂੰ ਸ਼ਹੀਦ ਕਰਨ ਦਾ ਜਿਹੜਾ ਗੁਨਾਹ ਸੀ ਉਹ ਤੁਰਕਾਂ ਦੇ ਸਿਰ ਲੱਗ ਗਿਆ। ਉਨ ਮੂੜ ਨ ਜੈ ਕਲਾ ਨ ਜਾਣੇ। ਕਹਿੰਦੇ ਉਹ ਮੂਰਖ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਕਲਾ ਸ਼ਕਤੀ ਨਹੀਂ ਜਾਣ ਸਕੇ। ਹਮ ਸਿਰ ਸਿਰ ਲਾਵਨ ਗਲ ਠਾਨੀ। ਹਮ ਸਿਰਾ ਸਿਰ ਲਾਵਨ ਗਲ ਠਾਨੀ, ਇਹ ਜਾਣ ਨਹੀਂ ਸਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਸਿਰ ਤੇ ਆਪਣਾ ਸਿਰ ਲਾਉਣਾ ਚਾਹੁੰਦੇ ਸੀ। ਭਾਵ ਸਾਡੇ ਸਿਰ ਦੇ ਉੱਤੇ ਮਹਾਰਾਜ ਨੇ ਠਿਕਰਾ ਭੰਨ ਦਿੱਤਾ। ਜੋ ਸਤਿਗੁਰ ਬਟ ਸਾਕਾ ਕੀਏ। ਐਵੇਂ ਭਾਈ ਰਤਨ ਸਿੰਘ ਜੀ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੜਾ ਹੀ ਵੱਡਾ ਸਾਕਾ ਕੀਤਾ। ਹਰ ਸਵਾਰਥ ਹਿਤ ਨਿਜ ਸਿਰ ਦਿਓ। ਫਿਰ ਆਪਣਾ ਮਹਾਰਾਜ ਦੇ ਵਿੱਚ ਇਹਦਾ ਕੋਈ ਸਵਾਰਥ ਨਹੀਂ ਸੀ, ਦੂਸਰੇ ਦੇ ਧਰਮ ਵਾਸਤੇ। ਸਾਧ ਸੰਗਤ ਆਪਣਾ ਧਰਮ ਹੋਵੇ, ਆਪਣਾ ਕੋਈ ਪਰਿਵਾਰ ਹੋਵੇ, ਆਪਣਾ ਘਰ ਹੋਵੇ, ਆਪਣੀ ਜਾਇਦਾਦ ਹੋਵੇ, ਆਪਣੀ ਕੋਈ ਕੁਲ ਹੋਵੇ, ਵੰਸ਼ ਹੋਵੇ, ਦੇਸ਼ ਹੋਵੇ, ਉਹਦੇ ਵਾਸਤੇ ਲੋਕ ਬੜੀਆਂ ਕੁਰਬਾਨੀਆਂ ਕਰ ਜਾਂਦੇ ਨੇ।
ਆਪਣੇ ਘਰ ਦੇ ਲਈ, ਆਪਣੀਆਂ ਜ਼ਮੀਨਾਂ ਦੇ ਲਈ, ਆਪਣੀ ਕੌਮ ਦੇ ਲਈ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਪਰਾਏ ਸਵਾਰਥ ਵਾਸਤੇ, ਹਿੰਦੂਆਂ ਦੇ ਧਰਮ ਦੇ ਵਾਸਤੇ ਆਪਣਾ ਸ਼ੀਸ਼ ਮਹਾਰਾਜ ਸਾਹਿਬ ਜੀ ਨੇ ਕਟਾਰਿਆ, ਸ਼ਹੀਦੀ ਪ੍ਰਾਪਤ ਕੀਤੀ। ਧਰਮ ਹੇਤ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਹੇਤ ਸਾਕਾ ਦਿਨ ਕੀਆ, ਸ਼ੀਸ਼ ਦਿਆ ਪਰ ਸਿਰ ਨਾ ਦਿਆ। ਮਹਾਰਾਜ ਸਾਹਿਬ ਜੀ ਕੌਣ ਸਨ? ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਕਲਯੁਗ ਦੇ ਵਿੱਚ ਮਹਾਰਾਜ ਨੇ ਬਹੁਤਾ ਹੀ ਵੱਡਾ ਕਹਿੰਦੇ ਭਾਣਾ ਵਰਤਾਇਆ, ਦੂਜਿਆਂ ਦਾ ਧਰਮ ਬਚਾਉਣ ਦੇ ਲਈ ਆਪਾ ਕੁਰਬਾਨ ਕਰ ਦਿੱਤਾ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਰ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਨਾਵੇਂ ਪਾਤਸ਼ਾਹ ਦੀ ਸ਼ਹਾਦਤ ਤੇ ਜਿਹੜੇ ਭਜਨ ਸ੍ਰੀ ਦਸਮ ਗ੍ਰੰਥ ਸਾਹਿਬ ਲਿਖੇ ਨੇ, ਉਹ ਜੋ ਪ੍ਰਮਾਣ ਦਿੰਦੇ ਨੇ ਭਾਈ ਸਾਹਿਬ, ਠੀਕਰ ਫੋਰ ਦਲੀਸ ਸਿਰ। ਠੀਕਰ ਕਹਿੰਦੇ ਨੇ ਸਾਧ ਸੰਗਤ ਜੀ ਸਰੀਰ ਨੂੰ, ਵੀ ਆਪਣਾ ਸਰੀਰ ਰੂਪੀ ਜਿਹੜਾ ਠੀਕਰਾ ਹੈ ਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਲੀਸ ਭਾਵ ਦਿੱਲੀ ਦਾ ਜਿਹੜਾ ਮਾਲਕ ਸੀ ਔਰੰਗਜ਼ੇਬ, ਉਹਦੇ ਸਿਰ ਦੇ ਉੱਤੇ ਭਰ ਦਿੱਤਾ। ਤੇਗ ਬਹਾਦਰ ਪ੍ਰਭਪੁਰ ਕੀਆ ਬਿਆਨ। ਤੇ ਸਾਰਾ ਜਿਹੜਾ ਦੋਸ਼ ਹੈ ਉਹ ਔਰੰਗੇ ਦੇ ਸਿਰ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੱਚਖੰਡ ਨੂੰ ਚਲੇ ਗਏ। ਤੇਗ ਬਹਾਦਰ ਸੀ ਕਿਰਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਕੀਤਾ, ਕਹਿੰਦੇ ਨਾਵੇਂ ਪਾਤਸ਼ਾਹ ਵਰਗਾ ਕੋਈ ਕਾਰਜ ਕਰੀ ਨਾ ਕਿਨੂ ਆਨ। ਦੁਨੀਆ ਦੇ ਵਿੱਚ ਬੜੇ ਪੀਰ ਪੈਗੰਬਰ ਸੰਤ ਮਹੰਤ ਮਹਾਤਮਾ ਆਏ, ਪਰ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਕਾਰਜ ਕਿਸੇ ਨਹੀਂ ਕੀਤਾ। ਦੂਸਰੇ ਦੇ ਧਰਮ ਦੇ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ। ਆਪ ਮਹਾਰਾਜ ਸਾਹਿਬ ਜੀ ਸ਼ਹੀਦ ਹੋ ਗਏ। ਤੇਗ ਬਹਾਦਰ ਕੇ ਚਲਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਚਰਿੱਤਰ ਵੇਖ ਕੇ, ਇਹ ਸ਼ਹੀਦੀ ਦਾ ਮਹਾਰਾਜ ਦਾ ਕੌਤਕ ਵੇਖ ਕੇ ਆਇਓ ਜਗਤ ਕੋ ਸੋਕ। ਸਾਰਾ ਜਗਤ ਗਮਗੀਨ ਹੋ ਗਿਆ, ਬੜਾ ਦੁਖੀ ਹੋ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਉੱਤੇ ਗੋਲੀ ਚਲਾਉਣ ਵਾਲਿਆਂ ਨੂੰ ਵੀ ਮਹਾਰਾਜ ਸਾਹਿਬ ਨੇ ਕੁਝ ਕਿਹਾ ਨਹੀਂ। ਐਸੇ ਧਰਮ ਦੀ ਮੂਰਤ, ਧਰਮ ਤੁਜਾ ਸ਼ਾਂਤੀ ਦੇ ਪੁੰਜ ਨਾਵੇਂ ਪਾਤਸ਼ਾਹ ਨੂੰ ਔਰੰਗੇ ਨੇ ਸ਼ਹੀਦ ਕਰ ਦਿੱਤਾ ਏ। ਸਾਰੇ ਜਗਤ ਦੇ ਵਿੱਚ ਬੜਾ ਵੈਰਾਗ ਹੋਇਆ ਹੈ ਸਭ ਜਗ ਪਾਇਓ। ਕਹਿੰਦੇ ਸਾਰੇ ਹੀ ਜਗਤ ਦੇ ਵਿੱਚ ਹਾਹਾਕਾਰ ਮਚ ਗਈ। ਕਹਿੰਦੇ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਐਸਾ ਕੀਤਾ ਵੀ ਦੂਜਿਆਂ ਦਾ ਧਰਮ ਬਚਾਉਣ ਦੇ ਵਾਸਤੇ, ਹਿੰਦੂਆਂ ਦੇ ਵਾਸਤੇ ਬ੍ਰਾਹਮਣਾਂ ਦੀ ਫਰਿਆਦ ਸੁਣ ਕੇ ਆਪਣਾ ਆਪ ਮਹਾਰਾਜ ਸਾਹਿਬ ਜੀ ਨੇ ਕੁਰਬਾਨ ਕਰ ਦਿੱਤਾ। ਏਦਾਂ ਹਾਹਾਕਾਰ ਮਚ ਗਈ ਤੇ ਨਾਰੇ ਲੋਕ ਕਹਿੰਦੇ ਆ, ਇਹ ਤੇਗ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਨਹੀਂ ਚੱਲੀ, ਇਹ ਤੇਗ ਮੁਗਲਾਂ ਦੇ ਰਾਜ ਦੀਆਂ ਜੜ੍ਹਾਂ ਤੇ ਚੱਲੀ ਹੈ। ਇਹਨਾਂ ਗੁਰੂ ਸਾਹਿਬ ਜੀ ਦਾ ਸਿਰ ਨਹੀਂ ਕੱਟਿਆ, ਇਹ ਔਰੰਗਜ਼ੇਬ ਨੇ ਮੁਗਲਾਂ ਦੇ ਰਾਜ ਦੀਆਂ ਹਿੰਦੁਸਤਾਨ ਦੇ ਵਿੱਚੋਂ ਆਪ ਜੜ੍ਹਾਂ ਵੱਢ ਦਿੱਤੀਆਂ ਨੇ। ਜੈ 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 ਸੁਰ ਲੋਕ। ਤੇ ਦੇਵਤੇ ਵੀ ਜੈ ਜੈਕਾਰ ਕਰਨ ਲੱਗ ਪਏ, ਮਹਾਰਾਜ ਤੁਸੀਂ ਧੰਨ ਹੋ, ਤੁਹਾਡਾ ਕਰਕੇ ਸਾਡੇ ਮੰਦਿਰਾਂ ਦੇ ਹੁਣ ਟੱਲ ਖੜਕਦੇ ਰਹਿਣਗੇ, ਤੁਹਾਡਾ ਕਰਕੇ ਮਹਾਰਾਜ ਸਾਡਾ ਜਿਹੜਾ ਬੋਧੀ ਟਿੱਕਾ ਧੋਤੀ ਤੇੜ ਆਦਿਕ ਅਤੇ ਮੰਦਿਰਾਂ 'ਚ ਜਿਹੜੀਆਂ ਜੋਤਾਂ ਨੇ ਉਹ ਜਗਦੀਆਂ ਰਹਿਣਗੀਆਂ। ਇੱਕ ਵਿਦਵਾਨ ਕਹਿੰਦਾ ਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੋਏ, ਸਦੀਆਂ ਲੰਘ ਗਈਆਂ, ਪਰ ਅੱਜ ਵੀ ਜਿੰਨੇ ਵੀ ਹਿੰਦੁਸਤਾਨ ਜਾਂ ਦੁਨੀਆ ਦੇ ਹਿੰਦੂ ਮੰਦਿਰਾਂ ਦੇ ਵਿੱਚ ਦੀਵਿਆਂ ਦੇ ਵਿੱਚ ਤੇਲ ਬਲ ਰਿਹਾ ਹੈ, ਕਹਿੰਦੇ ਉਹ ਤੇਲ ਨਾ ਜਾਣੋ, ਉਹਨਾਂ ਦੀਵਿਆਂ 'ਚ ਖੂਨ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਏ। ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਦਿੰਦੇ ਤੇ ਹਿੰਦੂਆਂ ਦਾ ਨਾਮੋ ਨਿਸ਼ਾਨ ਨਹੀਂ ਸੀ ਦੁਨੀਆ ਵਿੱਚ ਰਹਿਣਾ। ਇਸ ਕਰਕੇ ਦੇਵਤਿਆਂ ਨੇ ਵੀ ਜੈ ਜੈਕਾਰ ਕੀਤੀ, ਮਹਾਰਾਜ ਸਾਡਾ ਤੁਸੀਂ ਮੰਦਰ, ਸਾਡੀ ਪੂਜਾ ਤੁਸੀਂ ਬਚਾ ਲਈ ਹੈ। ਐਸ ਚਰਿਤ ਸਤਿਗੁਰ ਕੀਓ। ਗੁਰੂ ਤੇਗ ਬਹਾਦਰ ਜੀ ਨੇ ਐਸਾ ਕਹਿੰਦੇ ਵੀ ਕੌਤਕ ਕਰ ਦਿੱਤਾ। ਭਇਓ ਤੁਰਕ ਪਛਮਾਨ। ਬਸ ਮਹਾਰਾਜ ਦੀ ਸ਼ਹੀਦੀ ਆਉਣ ਦੀ ਦੇਰ ਸੀ, ਉਸ ਤੋਂ ਬਾਅਦ ਔਰੰਗਜ਼ੇਬ ਕਹਿੰਦੇ ਬਹੁਤਾ ਹੀ ਪਰੇਸ਼ਾਨ ਹੋ ਗਿਆ। ਭਾਈ ਸੰਤੋਖ ਸਿੰਘ ਜੀ ਨੇ ਬੜਾ ਖੋਲ ਕੇ ਲਿਖਿਆ ਵੀ ਜਦੋਂ ਇਹ ਰਾਤ ਨੂੰ ਸੁੱਤਾ ਨਾ, ਉਦਣ ਹੀ ਭਾਈ ਮਤੀ ਦਾਸ ਜੀ ਨੇ ਇਹਨੂੰ ਆ ਦਰਸ਼ਨ ਦਿੱਤੇ। ਮੰਜੇ ਦੇ ਸੁੱਤਾ ਸੀ, ਕਾਰਾ ਜਿਹਾ ਇਹਦਾ ਸਰੀਰ, ਹੱਡੀਆਂ ਦੀ ਮੋਟਾ, ਮੰਜਾ ਮੂਧਾ ਮਾਰ ਕੇ ਤੇ ਇਹਦੇ ਉੱਤੇ
ਗੋਡਾ ਰੱਖ ਕੇ ਧੌਣ ਤੇ ਭਾਈ ਮਤੀ ਦਾਸ ਜੀ ਕਹਿਣ ਲੱਗੇ, ਹੁਣ ਦੱਸ ਪਾਪੀਆ ਮਾਰਾਂ ਇੱਥੇ? ਮੇਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਨਹੀਂ ਤੇ ਤੈਨੂੰ ਜਿਉਂਦਿਆਂ ਨਹੀਂ ਸੀ ਛੱਡਣਾ, ਪਰ ਤੇਰੀ ਸਲਾਮਤੀ ਇਹਦੇ ਵਿੱਚ ਹੀ ਆ ਵੀ ਅੱਜ ਤੋਂ ਬਾਅਦ ਤੂੰ ਦਿੱਲੀ ਦੇ ਵਿੱਚ ਆਪਣੇ ਮਹੱਲਾਂ ਦੇ ਵਿੱਚ ਸੌਣਾ ਨਹੀਂ ਚਾਹੀਦਾ। ਕਹਿੰਦੇ ਉਹੀ ਰਾਤ ਸੀ ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ। ਉਸ ਰਾਤ ਤੋਂ ਬਾਅਦ ਔਰੰਗਜ਼ੇਬ ਨੂੰ ਦਿੱਲੀ ਦੇ ਵਿੱਚ ਸੌਣਾ ਨਸੀਬ ਨਹੀਂ ਹੋਇਆ। ਬਾਰ-ਬਾਰ ਇੱਕ ਘਰ ਬਣਾਇਆ ਸੀ ਤੇ ਬਹੁਤਾ ਚਿਰ ਦੱਖਣ ਚ ਰਿਹਾ ਤੇ ਉੱਥੇ ਹੀ ਫਿਰ ਇਹ ਪਾਪੀ ਮਰ ਗਿਆ। ਰੰਗੋ ਤਬ ਝੂਰਿਓ ਹਮ ਸਕੇ ਨ ਚਰਿਤ ਪਛਾਣ। ਬੜਾ ਕਹਿੰਦੇ ਨਰੰਗਾ ਫਿਰ ਝੂਰਿਆ ਪਛਤਾਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਮੇਰਾ ਰਾਜ ਹੀ ਗਰਕ ਕਰ ਗਏ ਸ਼ਹੀਦੀ ਦੇ ਕੇ। ਜਾਓ ਭਈ ਨਰੰਗਾ ਦਿਲ ਖੌਫ ਬਹੁਤ ਠਟਿਓ। ਔਰੰਗਜ਼ੇਬ ਦੇ ਦਿਲ ਦੇ ਵਿੱਚ ਕਹਿੰਦੇ ਬੜਾ ਹੀ ਭੈ ਬੜਾ ਹੀ ਖੌਫ ਹੋ ਗਿਆ। ਜੁਵਨ ਜ਼ੁਲਮ ਕਰਨ ਤੇ ਹਟਿਓ। ਤੇ ਇੱਕ ਗੱਲ ਹੋਈ ਵੀ ਜਦੋਂ ਮਹਾਰਾਜ ਦੀ ਸ਼ਹੀਦੀ ਹੋਈ ਉਸੇ ਵੇਲੇ ਹਿੰਦੂ ਸੁਰਖਰੂ ਹੋ ਗਏ। ਹਿੰਦੂਆਂ ਦੇ 1100 ਤੋਂ ਵੱਡੇ ਵੱਡੇ ਵਧੀਕ ਮੰਦਿਰ ਢਾਏ ਸਨ। 130 ਫੁੱਟ ਉੱਚਾ ਮੰਦਿਰ ਸੀ ਪੁਸ਼ਕਰ ਦੇ ਵਿੱਚ, ਬ੍ਰਹਮਾ ਦਾ ਵੀ ਇਹਨਾਂ ਢਾਤਾ ਸੀ। ਮਥੁਰਾ ਕਾਂਚੀ ਤੇ ਅਯੁੱਧਿਆ ਹਰਿਦੁਆਰ ਦੇ ਮੰਦਿਰ ਢਾਏ ਸਨ। ਜਿੱਦਣ ਮਹਾਰਾਜ ਦੀ ਸ਼ਹਾਦਤ ਹੋਈ ਉਦਣ ਤੋਂ ਬਾਅਦ ਸਾਧ ਸੰਗਤ ਹਿੰਦੁਸਤਾਨ ਦੀ ਤਵਾਰੀ ਕਹਿੰਦੀ ਹੈ ਵੀ ਹਿੰਦੂਆਂ ਦਾ ਕੋਈ ਮੰਦਿਰ ਨਹੀਂ ਢੱਠਾ। ਤੇ ਉਹ ਤੋਂ ਬਾਅਦ ਹਿੰਦੂਆਂ ਨੂੰ ਮੁਸਲਮਾਨ ਜਬਰੀ ਬਣਾਉਣ ਦੇ ਵਾਸਤੇ ਜਿਹੜੀ ਸਖਤੀ ਕੀਤੀ ਸੀ ਉਸੇ ਵੇਲੇ ਉਹ ਬੰਦ ਹੋ ਗਈ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ। ਧੀਰੀ ਧੀਰੀ ਵਹਿ ਗਈ ਸਾਰੇ। ਸਹੀਜੇ ਕਰਕੇ ਸਮਾਂ ਪਾ ਕੇ ਸਾਰੇ ਪਾਸੇ ਕਹਿੰਦੇ ਸ਼ਾਂਤੀ ਹੋ ਗਈ, ਹਿੰਦੂ ਸੁਰਖਰੂ ਹੋ ਗਏ। ਉਹ ਤੋਂ ਬਾਅਦ ਸਾਰਾ ਨਿਸ਼ਾਨਾ ਫਿਰ ਸਿੱਖਾਂ ਤੇ ਆ ਗਿਆ। ਭਈ ਮਾਲਕ ਕੇ ਦਵਾਰ ਪੁਕਾਰੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਤਾਂ ਭਾਈ ਰਤਨ ਸਿੰਘ ਲਿਖਦੇ ਆ ਵੀ ਰੱਬ ਦੇ ਦੁਆਰ ਤੇ ਸੰਤਾਂ ਭਗਤਾਂ ਨੇ ਫਰਿਆਦ ਕੀਤੀ ਵੀ ਇਹ ਔਰੰਗੇ ਨੇ ਬੜਾ ਜ਼ੁਲਮ ਕੀਤਾ ਏ। ਦੋਹਰਾ ਪਰੀ ਪੁਕਾਰ ਦਰਬਾਰ ਸਚ ਮਾਲਕ ਕੀਓ ਵਿਚਾਰ। ਜਦੋਂ ਵਾਹਿਗੁਰੂ ਦੇ ਦਰਬਾਰ ਵਿੱਚ ਪੁਕਾਰ ਹੋਈ ਆ ਔਰੰਗਜ਼ੇਬ ਇਹਨਾਂ ਮੁਗਲਾਂ ਦੇ ਖਿਲਾਫ ਤੇ ਪਰਮੇਸ਼ਰ ਨੇ ਫਰਿਆਦ ਸੁਣੀ ਸੰਤਾਂ ਭਗਤਾਂ ਦੀ। ਵੀਰ ਪੈਗੰਬਰ ਤੁਰਕ ਕੇ ਦਰਬਾਰੋਂ ਦੇ ਨਿਕਾਲ। ਕਹਿੰਦੇ ਉਸੇ ਵੇਲੇ ਜਿਹੜੇ ਪੀਰ ਪੈਗੰਬਰ ਸੀ ਨਾ ਮੁਸਲਮਾਨਾਂ ਦੇ, ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਜਦੋਂ ਸ਼ਹੀਦੀ ਹੋਈ ਇਹਨਾਂ ਨੂੰ ਸੱਚਖੰਡ ਦੇ ਵਿੱਚੋਂ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਜਿਨ੍ਹਾਂ ਨੂੰ ਔਰੰਗਜ਼ੇਬ ਆਪਣਾ ਕੋਈ ਪੀਰ ਪੈਗੰਬਰ ਮੰਨਦਾ ਸੀ, ਇਹਦੇ ਜ਼ੁਲਮ ਕਰਕੇ ਉਹਨਾਂ ਨੂੰ ਧੱਕੇ ਮਾਰ ਕੇ ਰੱਬ ਦੀ ਖੁਦਾ ਦੀ ਦਰਗਾਹ ਦੇ ਵਿੱਚ ਉਹਦੇ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਆਓ ਭਈ ਸੱਚਖੰਡ ਤੇ ਤਬੈ ਨਿਕਾਰੇ। ਉਸੇ ਨੇ ਕਹਿੰਦੇ ਸੱਚਖੰਡ ਵਿੱਚੋਂ ਕੱਢ ਦਿੱਤੇ ਤੇ ਔਰੰਗਜ਼ੇਬ ਨੂੰ ਲਾਹਣਤਾਂ ਪਾਉਣ ਲੱਗ ਪਏ ਵੀ ਤੇਰੇ ਵਰਗੇ ਜਿਨ੍ਹਾਂ ਦੇ ਸ਼ਾਗਿਰਦ ਹੋਣਗੇ ਉਹਨਾਂ ਦਾ ਕਦੀ ਭਲਾ ਨਹੀਂ ਹੋ ਸਕਦਾ। ਵੇਖ ਪਾਪੀਆ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ, ਪਾਪ ਤੇਰਾ ਤੇ ਸਾਨੂੰ ਸੱਚਖੰਡ ਚੋਂ ਬਾਹਰ ਕੱਢ ਦਿੱਤਾ। ਡੇਰਾ ਦੀਨੋ ਪਿਛੇ ਦਰਬਾਰੇ। ਜਿੱਥੇ ਸੱਚਖੰਡ ਦਾ ਦਰਬਾਰ ਸੀ ਕਹਿੰਦੇ ਪਿਛਲੇ ਪਾਸੇ ਇਹਨਾਂ ਨੂੰ ਡੇਰਾ ਦਿੱਤਾ ਵੀ ਇੱਥੇ ਬਹਿ ਕੇ ਸਮਾਂ ਲੰਘਾਓ। ਸਭ ਤੈ ਕਟੀ ਪਤਸਾਹੀ ਦਿੱਲੀ। ਉਦੋਂ ਨੂੰ ਫਿਰ ਦਿੱਲੀ ਦੀ ਪਾਤਸ਼ਾਹੀ ਜਿਹੜੀ ਸੀ ਮੁਗਲਾਂ ਦੀ ਘਟ ਗਈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਸ਼ਹਾਦਤ ਹੋਈ। ਸਭ ਤੇ ਤੁਰਕ ਕਲਾ ਭਈ ਢਿੱਲੀ। ਤੇ ਜਿਹੜੀ ਤੁਰਕਾਂ ਦੀ ਕਲਾ ਸੀ ਨਾ, ਜਿਹੜਾ ਇਹਨਾਂ ਦੀ ਸ਼ਕਤੀ ਇਹਨਾਂ ਦਾ ਪ੍ਰਤਾਪ ਸੀ, ਇਹ ਫਿਰ ਕਹਿੰਦੇ ਢਿੱਲਾ ਪੈ ਗਿਆ। ਭਾਈ ਰਤਨ ਸਿੰਘ ਜੀ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣਾ ਸਿਰ ਲਾ ਕੇ ਤੇ ਹਿੰਦੂਆਂ ਦਾ ਧਰਮ ਵੀ ਬਚਾ ਲਿਆ ਤੇ ਆਪਣਾ ਮਹਾਰਾਜ ਸਾਹਿਬ ਜੀ ਨੇ ਸਿਰ ਲਾ ਕੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਵੀ ਪੜ ਦਿੱਤੀਆਂ। ਐਸੇ ਦੀਨ ਦਿਆਲ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਲੱਖਾਂ ਹੀ ਵਾਰ ਨਮਸਕਾਰ ਹੈ। ਧੰਨ ਨੇ ਮਹਾਰਾਜ ਜਿਨ੍ਹਾਂ ਨੇ ਦੂਜਿਆਂ ਵਾਸਤੇ ਸ਼ਹਾਦਤ ਦਿੱਤੀ। ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਰੇਖਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸੱਚਖੰਡ ਤੇ ਤਬੈ ਨਿਕਾਰੇ। ਡੇਰਾ ਦੀਨੋ ਪਿਛੇ ਦਰਬਾਰੇ। ਤਬ ਤੈ ਕਟੀ ਪਤਸਾਹੀ ਦਿੱਲੀ। ਤਬ ਤੇ ਤੁਰਕ ਕਲਾ ਭਈ ਢਿੱਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।